वाहिगुरु साहिब जीओ। लाज मरंती मर गई, घूंघटा खोल चली। सास दीवानी बावरी। बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल होए मनुआ सतगुर का दर्शन पाए जियो। सतगुरां दी पवित्र अमृत बाणी दी कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। वाहिगुरु साहिब जीओ। लाज मरंती मर गई। रामकली महला पहला दखणी ओंकार सरलेख हेठ गुरबाणी की कथा विचार चल रही है। पहले दिन आपने 3 पौड़ियां की विचार सरवण की। करते की मित करता जाने कह जाने गुरसूरा इथों तक। कल दूजे दिन 11वीं पौड़ी तक विचार आपने सरवण की। एक शब्द राम नाम निरोधर गुरदेव पतमती। जिमें संस्कृत विच लिली अखर आउंदा है इस तरह सतगुरु जी इत्थे लले अखर द्वारा कथन करते हैं। क्योंकि ये जिहड़ा उपदेश है ये पांधे दे ताई है जो बच्चियां नूं अखर पढ़ा रहा सीगा। महाराज उन्होंने कहन लगे तेनों अखरां दा मतलब पता है? कहंदा जी मतलब तो पता नहीं है पर मैं संसार सिद्धि वास्ते इन्हां नूं अखर पढ़ा रहा हाँ, मतलब आप मैनू समझा दिओ। तो उहदी जगियासा वेख के महाराज ने ओंकार नामी बाणी साध संगत जीओ दखणी जाति दे विच या दखण दी संगत के बाबत उपदेश बख्शिया। इंज ये बाणी उचारी है। ये विच अखरां दे हिसाब दे नाल उपदेश बख्शिया। संस्कृत विच लिली अखर आउंदा है, इयों गुरमुखी विच लली अखर की वरतों करते इंज फरमा रहे हैं। प्यार नाल सुनो जी। उच्चारण करो सतनाम श्री वाहिगुरु जी। लाज मरंती मर गई। जिस दुनिया की लोक लाज विच जिंद मरदी सी वो लोक लाज मर गई निवृत्त हो गई है। घूंघट खोल चली। अते लोक मुलाजे रूप घुंड खोल के हुण बिरती परमेश्वर की तरफ चली है। या द्वैत दर्शन रूप घुंड खोल के परमेश्वर दे वल चली है। भाव लोक लाज त्याग के परमार्थ के रस्ते उत्ते चली है। सास दीवानी बावरी। जो अविद्या रूप संशय आत्मक वृत्ति रूप सस ने मेरी सुरत दे ताई दीवानी कमली कर छड़िया सी। सिर ते संकट ली। वो हुण आप ही बावरी पागल चली होके छड़ गई। अते साढ़े अंधकरण रूप सिर तो संशय आत्मक वृत्ति विद्या रूप संग हट गई टल गई दूर हो गई। भाव सारा शंका दूर हो गया है। प्रेम बोलाई रली स्यों। जद गुरां द्वारा
ਖੁਸ਼ੀ ਦੇ ਸਹਿਤ ਸਾਖੀ ਰੂਪ ਪਰਮੇਸ਼ਰ ਨੇ ਅੰਤਰਮੁਖ ਬਿਰਤੀ ਕਰਨ ਪ੍ਰੇਮ ਦੇ ਨਾਲ ਬੁਲਾਉਣਾ ਕੀਤੀ। ਮਨ ਮਹਿ ਸ਼ਬਦ ਆਨੰਦ, ਤਦ ਮਨ ਹਿਰਦੇ ਵਿੱਚ ਗੁਰੂ ਉਪਦੇਸ਼ ਦੀ ਕਮਾਈ ਕਰਕੇ ਉਸ ਦੇ ਸੁਖ ਸਰੂਪ ਦੀ ਸਖਿਆਤਤਾ ਹੋ ਗਈ। ਲਾਲ ਰਤੀ ਲਾਲੀ ਪਾਈ, ਜਿਹੜੀ ਪਿਆਰੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੀ ਹੋਈ ਹੈ ਉਹ ਲਾਲੀ ਦਾਸੀ ਪ੍ਰੇਮਣ ਹੋ ਗਈ, ਜਾਂ ਭਗਤੀ ਰੂਪ ਲਾਲੀ ਜਾਂ ਗਿਆਨ ਦੀ ਮਸਤੀ ਚੜ੍ਹਨ ਰੂਪ ਲਾਲੀ ਦੇ ਸਹਿਤ ਹੋ ਗਈ। ਗੁਰਮੁਖ ਭਈ ਨਚਿੰਦ, ਅਤੇ ਮੁਖੀ ਗੁਰਾਂ ਨਾਲ ਮਿਲ ਕੇ ਜਾਂ ਗੁਰਮੁਖਾਂ ਦੀ ਸੰਗਤ ਕਰਕੇ ਚਿੰਤਾ ਤੋਂ ਰਹਿਤ ਨਿਸ਼ਚਿੰਤ ਹੋ ਗਈ। ਲਾਹਾ ਨਾਮ ਰਤਨ ਜਪ ਸਾਰ, ਇਸ ਮਨੁੱਖਾ ਜਨਮ ਦੇ ਵਿੱਚ ਅਸਲੀ ਲਾਭ ਨਾਮ ਰੂਪੀ ਰਤਨ ਦਾ ਹੀ ਹੈ। ਇਸ ਲਈ ਪ੍ਰਭੂ ਦਾ ਜੋ ਨਾਮ ਹੈ ਇਹਦਾ ਜਪ ਕਰੋ, ਸਿਮਰਨ ਕਰੋ, ਇਹੀ ਸਾਰ ਸ੍ਰੇਸ਼ਟ ਵਸਤੂ ਹੈ। ਇਸੇ ਪ੍ਰਕਾਰ ਲਾਹਾ ਨਾਮ ਰਤਨ ਜਪ ਸਾਰ, ਅਸਲੀ ਲਾਹਾ ਪਰਮੇਸ਼ਰ ਦੇ ਨਾਮ ਰੂਪੀ ਰਤਨ ਦਾ ਹੈ, ਜਾਂ ਰਤਨਾ ਵੈਰਾਗ ਰੂਪੀ ਰਤਨ ਹੈ। ਇਸ ਲਈ ਸਾਰ ਸ੍ਰੇਸ਼ਟ ਸਰੂਪ ਦੀ ਪ੍ਰਾਪਤੀ ਵਾਸਤੇ ਨਾਮ ਦਾ ਸਿਮਰਨ ਕਰੋ ਭਾਈ। ਲਾਭ ਲੋਭ ਬੁਰਾ ਅਹੰਕਾਰ, ਪਦਾਰਥਾਂ ਦੇ ਖਾਣ ਦਾ ਲੱਭ ਲਾਲਚ, ਪਦਾਰਥਾਂ ਦੇ ਜੋੜਨ ਦਾ ਲੋਭ ਅਤੇ ਦੇਹ ਦਾ ਹੰਕਾਰ ਆਦਿਕ, ਇਹ ਸਭ ਬੁਰਾ ਭੈੜਾ ਸੁਭਾਅ ਹੈ, ਸਭ ਵਿਕਾਰ ਬੁਰੇ ਹਨ। ਲਾੜੀ ਚਾੜੀ ਲਾਏ ਤਬਾਰ, ਕਿਸੇ ਦੀ ਨਿੰਦਿਆ ਕਰਕੇ ਲਾਈ ਹੋਈ ਲਾਈ ਜਾਣਾ, ਜਿਹਨੂੰ ਕਹਿੰਦੇ ਕੱਚੇ ਲਾਉਣਾ, ਮਤਲਬ ਪੱਕੀ ਤੇ ਚੜ੍ਹਨ ਹੀ ਨਹੀਂ ਦੇਣਾ। ਜਿਵੇਂ ਵੱਡੀਆਂ ਗੱਡੀਆਂ ਵਾਲੇ ਛੋਟਿਆਂ ਨੂੰ ਕੁਝ ਸਮਝਦੇ ਨਹੀਂ, ਤਾਂ ਇਸ ਵਾਸਤੇ ਅਗਲਾ ਭਾਵੇਂ ਟੋਏ ਦੇ ਵਿੱਚ ਡਿੱਗ ਕੇ ਮੂੰਹ ਮੱਥਾ ਬਣਾ ਲਏ, ਅਤੇ ਪਰ ਆਪ ਦਾ ਵੇਖਣਾ, ਮਤਲਬ ਨਿੰਦਿਆ ਕਰੀ ਜਾਣੀ, ਉਹਦੀ ਬੁਰਿਆਈ ਹੀ ਕਰੀ ਜਾਣੀ। ਔਰ ਜਿਸ ਦੇ ਨਾਲ ਸਾਡੀ ਭਾਈਵਾਲੀ ਹੈ, ਮਿੱਤਰਤਾ ਹੈ, ਜਿਹਦੇ ਨਾਲ ਸਾਡੀ ਸੁਰ ਮਿਲ ਗਈ ਹੈ, ਉਹਦੀ ਉਸਤਤੀ ਹੋਈ ਕਰੀ ਜਾਣੀ, ਔਰ ਬੇਵਜ੍ਹਾ ਉਸ ਦੀ ਝੋਲੀ ਚੁੱਕੀ ਜਾਣੀ। ਤੋ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਗੱਲ ਨੂੰ ਬੁਰਾ ਕਿਹਾ ਹੈ। ਮਹਾਰਾਜ ਕਹਿੰਦੇ ਨੇ ਦੋਵੇਂ ਚੀਜ਼ਾਂ ਹੀ ਬੁਰੀਆਂ ਨੇ, ਨਿੰਦਾ ਵੀ ਬੁਰੀ ਹੈ ਅਤੇ ਆਪ ਦੇ ਮਤਲਬ ਲਈ ਅਣਹੋਈ ਉਸਤਤ ਕਰਨੀ ਵੀ ਬੁਰੀ ਹੈ। ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਨਿੰਦਾ ਉਸਤਤ ਦੋ ਤਿਆਗੈ, ਖੋਜੈ ਪਦ ਨਿਰਬਾਨਾ। ਨਿਰਬੰਧ ਪਦਵੀ ਨੂੰ ਜਿਹੜੀ ਮੋਹ ਮਾਇਆ ਤੋਂ ਰਹਿਤ ਹੈ, ਇਸ ਨੂੰ ਖੋਜਣਾ ਕਰੇ, ਨਿੰਦਾ ਵੀ ਤਿਆਗ ਦੇਵੇ, ਅਣਹੋਈ ਉਸਤਤੀ ਵੀ ਤਿਆਗ ਦੇਵੇ। ਅਸਲੀ ਮਿੱਤਰ ਉਹ ਹੈ ਜਿਹੜਾ ਮੂੰਹ 'ਤੇ ਨਹੀਂ ਪਿੱਠ ਪਿੱਛੇ ਉਸਤਤੀ ਕਰੇ। ਤੋ ਮਹਾਰਾਜ ਫਰਮਾਨ ਕਰਦੇ ਨੇ, ਲਾੜੀ ਚਾੜੀ ਲਾਈ ਤਬਾਰ, ਨਿੰਦਿਆ ਉਸਤਤ ਅਤੇ ਲਾਈ ਤਬਾਰ ਦਾ ਮਤਲਬ ਚੁਗਲੀ ਕਰਨੀ ਵੀ ਹੈ, ਇਤਿਆਦਿਕ ਇਹ ਵੀ ਬੁਰੇ ਕੰਮ ਹਨ। ਜਾਂ ਲਾ ਇਤਬਾਰ, ਲਾ ਨਹੀਂ ਇਤਬਾਰ ਭਰੋਸਾ, ਬੇਭਰੋਸਾ ਆਦਿਕ ਇਹ ਬੁਰੇ ਨੇ। ਕਿਉਂਕਿ ਜਿੰਨਾ ਚਿਰ ਆਪਾਂ ਕਿਸੇ ਦੇ ਭਰੋਸਾ ਵਿਸ਼ਵਾਸ ਹੀ ਨਹੀਂ ਕਰਾਂਗੇ, ਉਹਨਾਂ ਚਿਰ ਪ੍ਰੇਮ ਨਹੀਂ ਨਿਭ ਸਕਦਾ ਹੈ। ਕਲਗੀਧਰ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 52 ਬਚਨਾਂ ਵਿੱਚ ਇੱਕ ਇਹ ਵੀ ਬਚਨ ਹੈ ਕਿ ਸਿੱਖ ਸਿੱਖ 'ਤੇ ਵਿਸ਼ਵਾਸ ਕਰੇ, ਐਵੇਂ ਸ਼ੱਕ ਦੀ ਨਿਗਾਹ ਨਾਲ ਨਹੀਂ ਵੇਖੀ ਜਾਣਾ। ਸਿੱਖ ਸਿੱਖ 'ਤੇ ਭਰੋਸਾ ਕਰੇ, ਜਾਂ ਆਪਦੇ ਗੁਰੂ 'ਤੇ ਭਰੋਸਾ ਹੋਵੇ, ਕਿਉਂਕਿ ਜਿਹੜੀ ਸਿੱਖੀ ਦੀ ਨੀਂਹ ਹੈ ਇਹ ਸ਼ਰਧਾ ਅਤੇ ਵਿਸ਼ਵਾਸ 'ਤੇ ਟਿਕੀ ਹੋਈ ਹੈ।
ਇਹਨਾਂ ਵਿੱਚ ਲੱਗਣੇ ਕਰਕੇ ਮਹਾਰਾਜ ਫਰਮਾਉਂਦੇ ਹਨ, ਮਨ ਮੁਖ ਅੰਧਾ ਮੁਗਧ ਗਵਾਰ। ਮਨਮੁਖ ਪਰਮਾਰਥ ਵੱਲੋਂ ਅੰਨਾ ਹੈ, ਸ਼ਾਸਤਰ ਗਿਆਨ ਵੱਲੋਂ ਮੁਗਧ ਮੂਰਖ ਹੈ, ਅਤੇ ਵਿਵਹਾਰਾਂ ਵੱਲੋਂ ਗਵਾਰ ਬੇਸਮਝ ਹੋ ਰਿਹਾ ਹੈ। ਇਸੇ ਪ੍ਰਕਾਰ ਲਾੜੀ ਚਾੜੀ ਲਾਏ ਤਬਾਰ। ਜੋ ਨਿੰਦਿਆ ਉਸਤਤ ਅਤੇ ਚੁਗਲੀ ਕਰਦਾ ਹੈ ਉਹ ਮਨਮੁਖ ਪੁਰਖ ਹੈ, ਜਾਂ ਕਿਸੇ ਦੀ ਨਿੰਦਿਆ ਕਰਨ ਵਾਲਾ ਮਨਮੁਖ ਹੁੰਦਾ ਹੈ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੋਹ ਕਾਲੇ ਤੇ ਨਿੰਦਕਾ, ਨਰਕੇ ਘੋਰ ਪਵਨ। ਮਨ ਮੁਖ ਅੰਧਾ ਮੁਗਧ ਗਵਾਰ। ਆਪਣੀ ਉਸਤਤ ਕਰਨ ਵਾਲਾ ਆਪ ਦੇ ਮੂੰਹ ਤੋਂ ਆਪ ਹੀ ਮੀਆਂ ਮਿੱਠੂ ਬਣਦੇ ਰਹਿਣਾ, ਮਤਲਬ ਆਪਣੇ ਆਪ ਨੂੰ ਚੰਗਾ ਕਹਿਣਾ। ਕਈ ਬਹੁਵਚਨ ਬੋਲਦੇ ਨੇ ਆਪਣੇ ਆਪ ਨੂੰ ਕਿ ਅਸੀਂ ਉੱਥੇ ਗਏ ਸੀ, ਅਸਾਂ ਨੇ ਆਹ ਕੰਮ ਕੀਤਾ। ਜਿਨ੍ਹਾਂ ਰਾਗੀ ਪੂਰਨ ਸਿੰਘ ਸਾਹਿਬ ਕੋ ਮੈਂ ਕੀਰਤਨ ਦੀ ਸੰਥਿਆ ਲਈ, ਉਹਨਾਂ ਮੈਨੂੰ ਇਹ ਗੱਲ ਸਮਝਾਈ, ਕਹਿੰਦੇ ਅਸੀਂ ਤੁਸੀਂ ਆਪਣੇ ਆਪ ਨੂੰ ਨਹੀਂ ਬੋਲੀਦਾ। ਅਤੇ ਮੈਂ ਕਿਹਾ ਜੀ ਕਈ ਵਾਰ ਜੇ ਆਪਾਂ ਮੈਂ ਆਖੀਏ ਵੀ ਮੈਂ ਉੱਥੇ ਗਿਆ, ਇਹ ਹੰਕਾਰ ਦਾ ਵਚਨ ਹੋ ਜਾਂਦਾ। ਕਹਿੰਦੇ ਨਹੀਂ, ਆਪਦੇ ਆਪ ਨੂੰ ਇੱਕ ਵਚਨ ਬੋਲਣਾ, ਦੂਜੇ ਨੂੰ ਬਹੁ ਵਚਨ ਬੋਲੋ। ਅਸੀਂ ਆਪਦੇ ਆਪ ਨੂੰ ਤਾਂ ਅਸੀਂ ਉੱਥੇ ਗਏ ਸੀ, ਅਸਾਂ ਨੇ ਆਹ ਕੰਮ ਕੀਤਾ, ਬਹੁ ਵਚਨ ਨਾਲ ਬੋਲਦੇ ਹਾਂ ਸਤਿਕਾਰ ਵਾਲੇ। ਦੂਜੇ ਨੂੰ ਕੋਈ ਨਹੀਂ ਤੂੰ ਕੀ ਕਰਦਾ ਹੋਏ। ਤਾਂ ਇਸ ਲਈ ਛੋਟੇ ਜਿਹੇ ਬੱਚੇ ਨੂੰ ਵੀ ਜੇ ਆਪਾਂ ਸਤਿਕਾਰ ਨਾਲ ਬੁਲਾਵਾਂਗੇ ਤਾਂ ਖੂਹ ਦੀ ਆਵਾਜ਼ ਬੱਚਾ ਵੀ ਸਤਿਕਾਰ ਨਾਲ ਬੁਲਾਏਗਾ। ਜੇ ਆਪਾਂ ਤੂੰ ਬੋਲਾਂਗੇ ਤਾਂ ਦੂਸਰਾ ਵੀ ਤੂੰ ਬੋਲੇਗਾ। ਇਸ ਲਈ ਸੋ ਜਿਹੜਾ ਆਪਦੀ ਖੁਦ ਆਪ ਸਤਿ ਕਰਨ ਵਾਲਾ ਹੈ ਅਤੇ ਦੂਜੇ ਦੀ ਨਿੰਦਿਆ ਕਰਨ ਵਾਲਾ ਹੈ, ਵੈਰਾਗ ਅਤੇ ਵਿਵੇਕ ਰੂਪ ਉਹ ਨੇਤਰਾਂ ਤੋਂ ਹੀਣਾ ਹੋਣ ਕਰਕੇ ਅੰਨਾ ਹੁੰਦਾ ਹੈ। ਅਤੇ ਮਹਾਰਾਜ ਕਹਿੰਦੇ ਨੇ, ਲਾਹੇ ਕਾਰਨ ਆਇਆ ਜਗ, ਮਨ ਮੁਖ ਅੰਧਾ ਮੁਗਧ ਗਵਾਰ। ਉਹ ਪੁਰਸ਼ ਮਨਮੁਖ ਹੁੰਦਾ ਹੈ, ਅੰਨਾ ਹੁੰਦਾ ਹੈ, ਅਤੇ ਮੁਗਧ ਗਵਾਰ ਚੁਗਲੀ ਕਰਨ ਵਾਲਾ ਮੂਰਖ ਬੇਸਮਝ ਹੁੰਦਾ ਹੈ। ਸੋ ਇਸ ਤਰ੍ਹਾਂ ਲਾੜੀ ਚਾੜੀ ਮਨਮੁਖ ਅੰਧਾ, ਜਿਹੜਾ ਨਿੰਦਿਆ ਉਸਤਤ ਕਰਨ ਵਾਲਾ ਉਹ ਮਨਮੁਖ ਅੰਧਾ ਹੈ, ਜਾਂ ਲਾੜੀ ਨਿੰਦਿਆ ਵਾਲਾ ਮਨਮੁਖ ਹੈ। ਚਾੜੀ ਜੋ ਉਸਤਤੀ ਕਰਨ ਵਾਲਾ ਅਣਹੋਈ ਉਹ ਅੰਨਾ ਹੈ। ਲਾਏ ਤੋਂ ਬਾਹਰ ਮੁਗਧ ਗਵਾਰ, ਜਿਹੜਾ ਝੂਠੀ ਚੁਗਲੀ ਕਰਨ ਵਾਲਾ ਉਹ ਮੁਗਧ ਗਵਾਰ ਬੇਸਮਝ ਮੂਰਖ ਹੁੰਦਾ ਹੈ। ਲਾਹੇ ਕਾਰਨ ਆਇਆ ਜਗ। ਇਹ ਭਾਈ ਜੀਵ ਪਰਮੇਸ਼ਰ ਦੀ ਪ੍ਰਾਪਤੀ ਕਰਨ ਨੂੰ ਲਾਭ ਕਰਨ ਵਾਸਤੇ ਸੰਸਾਰ ਵਿੱਚ ਆਉਂਦਾ ਹੈ। ਹੋਏ ਮਜੂਰ ਗਿਆ ਠਗਾਏ ਠਾਗਾ। ਪਰ ਇਸਤਰੀ ਅਤੇ ਪੁੱਤਰਾਂ ਦਾ ਮਜ਼ਦੂਰ ਬਣ ਜਾਂਦਾ ਹੈ, ਜਾਂ ਮਨ ਆਦਿਕ ਇੰਦਰੀਆਂ ਦਾ ਮਜ਼ਦੂਰ ਹੋ ਕੇ ਕਾਮ ਆਦਿਕ ਠੱਗਾਂ ਦੇ ਕੋਲੋਂ ਆਪਣਾ ਮਨੁੱਖਾ ਜੀਵਨ ਠਗਾ ਕੇ ਪਰਲੋਕ ਨੂੰ ਜਾਣਾ ਕਰਦਾ ਹੈ, ਜਾਂ ਸ਼ੁਭ ਗੁਣਾ ਰੂਪੀ ਧਨ ਨੂੰ ਠਗਾ ਕੇ ਪਰਲੋਕ ਨੂੰ ਜਾਣਾ ਕਰਦਾ ਹੈ। ਲਾਹ ਨਾਮ ਪੂੰਜੀ ਵੇ ਸਾਹੋ। ਇਹ ਪੰਡਤ ਜੀ ਇਸੇ ਕਰਕੇ ਸ਼ਰਧਾ ਰੂਪੀ ਰਾਸ ਦੁਆਰਾ ਪਰਲੋਕ ਰੂਪ ਰਸਤੇ ਵਾਸਤੇ ਪਰਮੇਸ਼ਰ ਦਾ ਨਾਮ ਰੂਪ ਲਾਭ ਲੈਣ ਵਾਲਾ ਸੌਦਾ ਇਹ ਵੇ ਸਾਹੋ ਖਰੀਦਣਾ ਕਰੋ। ਜਾਂ ਇਸੇ ਪ੍ਰਕਾਰ ਲਾਹ ਨਾਮ ਪੂੰਜੀ ਵੇ ਸਾਹੋ। ਗੁਰਾਂ ਦੇ ਪਾਸੋਂ ਪਰਮੇਸ਼ਰ ਦੇ ਨਾਮ ਦੀ ਪੂੰਜੀ ਨੂੰ ਮਨ ਤਨ ਭੇਟਾ ਕਰਕੇ ਖਰੀਦਣਾ ਕਰੋ। ਨਾਨਕ ਸੱਚੀ ਪਤ ਸੱਚਾ ਪਾਤਸ਼ਾਹੋ। ਸੋ
ਇਹੀ ਲੋਕ ਪਰਲੋਕ ਦੇ ਵਿੱਚ ਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਅਸਲੀ ਲਾਭਦਾਇਕ ਸੌਦਾ ਹੈ। ਮਹਾਰਾਜ ਫਰਮਾਉਂਦੇ ਤਦ ਲੋਕ ਪਰਲੋਕ ਦੇ ਵਿੱਚ ਸੱਚੀ ਇੱਜ਼ਤ ਪ੍ਰਾਪਤ ਹੋਵੇਗੀ ਅਤੇ ਸੱਚਾ ਪਾਤਸ਼ਾਹ ਪ੍ਰਾਪਤ ਹੋ ਜਾਵੇਗਾ। ਜਾਂ ਸਰੂਪ ਰੂਪੀ ਤਖਤ ਦਾ ਮਾਲਕ ਸੱਚਾ ਪਰਮੇਸ਼ਰ ਤੁਹਾਨੂੰ ਪ੍ਰਾਪਤ ਹੋ ਜਾਵੇਗਾ। ਆਏ ਵਿਗੁਤਾ ਜਗ ਜਮ ਪੰਥ। ਜਗ ਦਰ ਤੇ ਜੀਵ, ਇਹ ਜਿਹੜਾ ਜੀਵ ਹੈ ਸੰਸਾਰ ਵਿੱਚ ਪ੍ਰਭੂ ਪ੍ਰਾਪਤੀ ਲਈ ਆਉਂਦਾ ਹੈ, ਪਰ ਵਿਸ਼ਿਆਂ ਦੀ ਕੁਸੰਗਤ ਕਰਕੇ ਵਿਗੂਤਾ ਖਰਾਬ ਹੋ ਗਿਆ ਹੈ, ਜਿਸ ਕਰਕੇ ਇਹਨੂੰ ਜਮ ਪੰਥ ਜਮਾਂ ਦੇ ਰਸਤੇ ਵਿੱਚ ਪੈਣਾ ਪਿਆ। ਜਾਂ ਇਸੇ ਪ੍ਰਕਾਰ ਆਏ ਵਿਗੂਤਾ ਜਗ ਜਮ ਪੰਥ। ਜਗ ਸੰਸਾਰ ਵਿੱਚ ਆ ਕੇ ਜਗ ਜੀਵ ਨਾਮ ਨੂੰ ਵਿਸਾਰ ਕੇ ਜਮ ਪੰਥ ਦੇ ਵਿੱਚ ਵਿਗੂਤਾ ਖਰਾਬ ਹੁੰਦਾ ਹੈ। ਆਈ ਨਾ ਮਿਟਨ ਕੋ ਸਮਰਥ। ਜਦ ਮੌਤ ਆਉਂਦੀ ਹੈ ਜਾਂ ਭਾਵੀ ਆਉਂਦੀ ਹੈ ਜਾਂ ਮੋਹਿਤ ਕਰਨੇ ਵਾਲੀ ਮਾਇਆ ਆਉਂਦੀ ਹੈ ਜਾਂ ਚੇਤਨ ਮਾਇਆ ਆਉਂਦੀ ਹੈ, ਤਾਂ ਉਹਦੇ ਮਿਟਾਉਣ ਨੂੰ ਕੋਈ ਵੀ ਸਮਰੱਥ ਬਲਵਾਨ ਨਹੀਂ ਹੈ। ਸਾਰੇ ਸਿਰ ਨਵਾ ਕੇ ਈਨ ਮੰਨਦੇ ਹਨ। ਆਤ ਸੈਲ ਨੀਚ ਕਰ ਹੋਏ। ਜੋ ਮਾਇਆ ਦਾ ਸੈਲ ਵਿਚਰਨਾ ਹੈ, ਜਦ ਮਾਇਆ ਦਾ ਭਾਰੀ ਸੁੱਖ ਨੀਚ ਕਹੀਏ ਪਾਮਰ ਪੁਰਖ ਦੇ ਘਰ ਵਿੱਚ ਹੋ ਜਾਵੇ। ਆਤ ਦੇਖ ਨਿਵੈ ਜਿਸ ਦੋਏ। ਤਦ ਆਤ ਮਾਇਆ ਨੂੰ ਵੇਖ ਕੇ ਉਹਦੇ ਅੱਗੇ ਊਚ ਨੀਚ, ਅਮੀਰ ਗਰੀਬ, ਹਿੰਦੂ ਤੇ ਮੁਸਲਮਾਨ ਦੋਵੇਂ ਚੁੱਕ ਚੁੱਕ ਕੇ ਸਲਾਮਾਂ ਕਰਦੇ ਨੇ। ਭਾਵ ਉਸ ਨੂੰ ਮਾਇਆ ਧਾਰੀ ਵੇਖ ਕੇ ਮੁਹੱਬਤ ਕਰਨ ਲੱਗ ਜਾਂਦੇ ਹਨ। ਆਤ ਹੋਏ ਤਾਂ ਮੁਗਧ ਸਿਆਣਾ। ਜੇਕਰ ਕਹਿੰਦੇ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ, ਜਿਹਦੀ ਪੈਲੀ ਨਹੀਂ ਹੈ ਉਹ ਚੰਗਾ ਭਲਾ ਭਾਵੇਂ ਸੋਹਣਾ ਸੁਨੱਖਾ ਵਿਦਵਾਨ ਹੋਵੇ, ਵਿਆਹ ਹੀ ਨਹੀਂ ਹੁੰਦਾ। ਅਤੇ ਜਿਹਦੇ ਕਿੱਲੇ ਨੇ, ਪੈਲੀ ਬੰਨਾ ਹੈ, ਜਾਇਦਾਦ ਹੈ, ਉਹ ਭਾਵੇਂ ਕਮਲਾ ਵੀ ਹੋਵੇ, ਲੋਕ ਤਰਲੇ ਮਾਰਦੇ ਨੇ, ਕਹਿੰਦੇ ਸ਼ਕਲ 'ਤੇ ਨਹੀਂ ਜਾਈਦਾ। ਤੋ ਇੰਝ ਕਹਿ ਕੇ ਤੇ ਭੁੱਲ ਜਾਂਦੇ ਨੇ। ਮਾਇਆ ਕੋਲ ਹੋਵੇ ਤਾਂ ਮੂਰਖ ਪੁਰਖ ਨੂੰ ਵੀ ਲੋਕ ਸਿਆਣਾ ਬੁੱਧੀਮਾਨ ਕਹਿੰਦੇ ਹਨ। ਇਹ ਦੁਨੀਆ ਦੀ ਰੀਤੀ ਹੈ। ਸਿਆਣਾ ਪੁਰਖ ਜਿਹੜਾ ਹੈ, ਜਿਹਦੇ ਕੋਲ ਪੈਸਾ ਨਹੀਂ ਹੈ ਤਾਂ ਉਹਨੂੰ ਕੋਈ ਬੁਲਾ ਕੇ ਵੀ ਰਾਜੀ ਨਹੀਂ, ਵੀ ਕੋਈ ਮੰਗ ਨਾ ਲਵੇ ਕੁਛ। ਜੇ ਮੂਰਖ ਹੈ ਤਾਂ ਬੁੱਧੀਮਾਨ ਮੰਨਿਆ ਜਾਂਦਾ। ਪੈਸੇ ਦੀ ਖੇਡ ਹੈ। ਭਗਤ ਬਿਹੁਨਾ ਜਗ ਬੌਰਾਨਾ। ਇਉਂ ਬਿਨ ਨਾਮੇ ਜਾਂ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਮਾਇਆ ਦੇ ਮੋਹ ਦੇ ਵਿੱਚ ਫਸਿਆ। ਪ੍ਰੇਮਾ ਭਗਤੀ ਤੋਂ ਬਿਨਾਂ ਸਾਰਾ ਜਗ ਸੰਸਾਰ ਕਮਲਾ ਹੋਇਆ, ਚੱਲਾ ਹੋਇਆ ਫਿਰਦਾ ਹੈ। ਮਾਇਆ ਹੀ ਇਸ ਜਗਤ ਦੇ ਵਿੱਚ ਪ੍ਰਧਾਨ ਹੈ। ਸੋ ਮੂਰਖ ਬੰਦੇ ਦੀ ਵੀ ਜਿਹੜਾ ਮਾਇਆ ਧਾਰੀ ਹੈ ਉਹਦੀ ਨੌਕਰੀ ਕਰਨੀ ਪੈਂਦੀ, ਜਿਹਦੀ ਜ਼ਰੂਰਤ ਹੈ। ਸੋ ਮਾਇਆ ਦੀ ਖੇਡ ਵਰਤ ਰਹੀ ਹੈ। ਕੌਣ ਵੱਡਾ? ਮਾਇਆ ਵਡਿਆਈ। ਵੱਡਾ ਕੌਣ ਹੈ ਜਗਤ ਵਿੱਚ? ਜਿਹਦੇ ਕੋਲ ਮਾਇਆ ਹੈ। ਪਰ ਮਹਾਰਾਜ ਕਹਿੰਦੇ ਸੋ ਵੱਡਾ ਜਿਨ ਰਾਮ ਲਿਵ ਲਾਈ। ਜਿਹਨੇ ਵਾਹਿਗੁਰੂ ਦੇ ਵਿੱਚ ਲਿਵ ਲਾ ਲਈ ਹੈ, ਸਾਡੇ ਮੁਤਾਬਕ ਤਾਂ ਉਹੀ ਵੱਡਾ ਹੈ। ਇਸੇ ਪ੍ਰਕਾਰ ਆਤ ਸੈਲ ਨੀਚ ਕਰ ਹੋਏ। ਜੇ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਭਗਤੀ ਰੂਪ ਮਾਇਆ ਦਾ ਭਾਰੀ ਸੁੱਖ ਨੀਚ ਪੁਰਖ ਦੇ ਹਿਰਦੇ ਰੂਪੀ ਘਰ ਵਿੱਚ ਪ੍ਰਾਪਤ ਹੋ ਜਾਵੇ, ਇਸੇ ਪ੍ਰਕਾਰ ਆਤ ਸੈਲ ਨੀਚ ਕਰ ਹੋਏ। ਜੇਕਰ ਭਗਤੀ ਰੂਪ ਮਾਇਆ ਨੀਵੇਂ ਪੁਰਖ ਦੇ ਹਿਰਦੇ ਰੂਪੀ ਘਰ ਦੇ ਵਿੱਚ ਵੀ ਹੋਵੇ ਤਾਂ ਉਹ ਸੈਲ ਪਰਬਤ ਵੱਤ ਸ੍ਰੇਸ਼ਟ ਹੋ ਜਾਂਦਾ ਹੈ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ
ਉਹ ਚੌਂ ਕੁੰਡ ਮਾਨੈ। ਆਦ ਦੇਖ ਨਿਵੈ ਜਿਸ ਦੋਏ। ਜਿਸ ਭਗਤੀ ਨੂੰ ਮਾਇਆ ਨੂੰ ਵੇਖ ਕੇ ਅਮੀਰ ਗਰੀਬ, ਹਿੰਦੂ ਮੁਸਲਮਾਨ ਜਾਂ ਆਸਤਕ ਤੇ ਨਾਸਤਕ ਦੋਵੇਂ ਹੀ ਝੁਕ ਕੇ ਸਲਾਮਾਂ ਕਰਦੇ ਹਨ। ਆਤ ਹੋਏ ਤਾਂ ਮੁਗਧ ਸਿਆਨਾ। ਜਿਸ ਕੋਲ ਭਗਤੀ ਨੂੰ ਮਾਇਆ ਹੋਵੇ ਤਾਂ ਮੂਰਖ ਪੁਰਖ ਵੀ ਸਿਆਣਾ ਹੋ ਜਾਂਦਾ ਹੈ। ਭਾਵ ਬ੍ਰਹਮ ਗਿਆਨ ਦੇ ਸਹਿਤ ਹੋਣੇ ਕਰਕੇ ਸਿਆਣਾ ਹੋ ਜਾਂਦਾ ਹੈ। ਭਗਤ ਬਿਹੁਨਾ ਜਗ ਬਰਾਨਾ। ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਸਾਰਾ ਸੰਸਾਰ ਕਮਲ ਪੁਲੇ ਵਿੱਚ ਆ ਤੇ ਜਾ ਰਿਹਾ ਹੈ। ਸਭ ਮੈਂ ਵਰਤਾਂ ਇੱਕੋ ਸੋਏ। ਸਾਰਿਆਂ ਦੇ ਵਿੱਚ ਇੱਕੋ ਹੀ ਅਦਵੈਤ ਸਰੂਪ ਪਰਮੇਸ਼ਰ ਹੀ ਵਰਤ ਰਿਹਾ ਹੈ। ਜਾਂ ਮਹਾਰਾਜ ਫਰਮਾਉਂਦੇ ਹਨ, ਜਿਸ ਨੂੰ ਕਿਰਪਾ ਸਭ ਮੈਂ ਵਰਤਾਂ ਇੱਕੋ ਸੋਏ। ਪ੍ਰੇਮਾ ਭਗਤੀ ਦੇ ਪ੍ਰਤਾਪ ਕਰਕੇ ਸਾਰਿਆਂ ਦੇ ਵਿੱਚ ਉਹ ਇੱਕੋ ਪਰਮੇਸ਼ਰ ਹੀ ਵਰਤ ਰਿਹਾ ਦੇ ਸੌਂਦਾ ਹੈ। ਜਿਸ ਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਏ। ਜਿਸ ਦੇ ਤਾਈ ਵਾਹਿਗੁਰੂ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ, ਤਿਸ ਦੇ ਹਿਰਦੇ ਵਿੱਚ ਪ੍ਰੇਮਾ ਭਗਤੀ ਪ੍ਰਗਟ ਹੁੰਦੀ ਹੈ। ਜਾਂ ਉਹਦੇ ਹਿਰਦੇ ਵਿੱਚ ਪ੍ਰੇਮਾ ਭਗਤੀ ਦੇ ਹੋਣ ਕਰਕੇ ਵਾਹਿਗੁਰੂ ਪ੍ਰਗਟ ਹੋ ਆਉਂਦਾ ਹੈ। ਉਸ ਪੁਰਖ ਦਾ ਜਸ ਚੌਹਾਂ ਯੁੱਗਾਂ ਵਿੱਚ ਪ੍ਰਗਟ ਹੋ ਆਉਂਦਾ ਹੈ। ਜੁਗ ਜੁਗ ਥਾਪ ਸਦਾ ਨਿਰਵੈਰ। ਉਹ ਪਰਮੇਸ਼ਰ ਯੁੱਗਾਂ ਯੁੱਗਾਂ ਦੇ ਵਿੱਚ ਜੀਵਾਂ ਨੂੰ ਸਥਾਪਨ ਕਰਦਾ ਰਚਦਾ ਹੈ। ਜਾਂ ਇਸੇ ਪ੍ਰਕਾਰ ਜੁਗ ਜੁਗ ਥਾਪ ਸਦਾ ਨਿਰਵੈਰ। ਯੁੱਗਾਂ ਯੁੱਗਾਂ ਵਿੱਚ ਜੀਵਾਂ ਨੂੰ ਪੈਦਾ ਕਰਕੇ ਮਰਿਆਦਾ ਨੂੰ ਸਥਾਪਨ ਕਰਦਾ ਹੈ। ਇਸੇ ਪ੍ਰਕਾਰ ਜੁਗ ਜੁਗ ਥਾਪ ਸਦਾ ਨਿਰਵੈਰ। ਯੁੱਗ ਦੋ ਪੁਰਖ ਅਤੇ ਪ੍ਰਕਿਰਤੀ, ਯੁੱਗ ਦੋ ਸ਼ਿਵ ਜੀ ਅਤੇ ਸ਼ਕਤੀ ਆਦਿਕ ਨੂੰ ਰਚਦਾ ਹੈ। ਇਸੇ ਪ੍ਰਕਾਰ ਜੁਗ ਜੁਗ ਥਾਪ ਸਦਾ ਨਿਰਵੈਰ। ਜੋ ਗੁਰਮੁਖ ਜਨ ਯੁਗ ਚਾਰ ਵੈਰਾਗ ਵਿਵੇਕ ਖਾਟ ਸਮਧੀ ਮਮੋਖ ਇੱਛਾ ਇਹਨਾਂ ਸਾਧਨਾਂ ਦੇ ਸੰਯੁਕਤ ਹੋਏ ਹਨ। ਉਹਨਾਂ ਨੂੰ ਯੁਗ ਤੋਂ ਭਾਵ ਜੀਵ ਅਤੇ ਈਸ਼ ਦੀ ਏਕਤਾ ਪ੍ਰਾਪਤ ਹੁੰਦੀ ਹੈ। ਇਹ ਉਹਨਾਂ ਨੂੰ ਪਰਮੇਸ਼ਰ ਸਾਧਨਾ ਸੰਯੁਕਤ ਸਥਾਪਨ ਕਰਦਾ ਹੈ। ਇਸੇ ਪ੍ਰਕਾਰ ਜੁਗ ਜੁਗ ਥਾਪ ਸਦਾ ਨਿਰਵੈਰ। ਗੁਰਮੁਖ ਜਨਾਂ ਨੂੰ ਯੁਗ ਚਾਰ ਬਹਿਰੰਗ ਸਾਧਨ ਉਹ ਕਿਹੜੇ ਨੇ? ਵੈਰਾਗ ਵਿਵੇਕ ਖਾਟ ਸਮਧੀ ਤੇ ਮਮੋਖ ਇੱਛਾ। ਫਿਰ ਚਾਰ ਅੰਤਰੰਗ ਸਾਧਨ ਉਹ ਕਿਹੜੇ ਨੇ? ਸਰਵਣ ਮੰਨਣ ਨਿਧਿਆਸਨ ਤੇ ਤਤ ਤਮੰਗ ਦਾ ਸੰਸ਼ੋਧਨ। ਇਹਨਾਂ ਵਿੱਚ ਸਥਿਤ ਕਰਕੇ ਉਹ ਪਰਮੇਸ਼ਰ ਆਪ ਹਮੇਸ਼ਾ ਨਿਰਵੈਰ ਸਰੂਪ ਹੈ ਤੇ ਵੈਰ ਤੋਂ ਰਹਿਤ ਹੈ। ਇਸੇ ਪ੍ਰਕਾਰ ਜੁਗ ਜੁਗ ਥਾਪ ਸਦਾ ਨਿਰਵੈਰ। ਦੋ ਭਾਵ ਇਸਤਰੀ ਤੇ ਪੁਰਖ ਆਦਿਕਾਂ ਨੂੰ, ਮਹੀ ਤਤ ਤ੍ਰਿਦਾ ਹੰਕਾਰ ਆਦਿਕਾਂ ਨੂੰ ਯੁੱਗਾਂ ਦੇ ਅੰਦਰ ਸਥਾਪਨ ਕਰਕੇ ਨਾਵਾਂ ਵਾਲੀ ਰਚਨਾ ਨੂੰ ਰਚ ਕੇ ਆਪ ਸਦਾ ਨਿਰਵੈਰ ਭਾਵ ਪਰਮੇਸ਼ਰ ਕਿਸੇ ਨਾਲ ਵੀ ਵੈਰ ਨਹੀਂ ਕਰਦਾ, ਸਦਾ ਸਾਰਿਆਂ ਦਾ ਆਤਮਾ ਰੂਪ ਬਣਿਆ ਰਹਿੰਦਾ ਹੈ। ਇਸੇ ਪ੍ਰਕਾਰ ਜੁਗ ਜੁਗ ਥਾਪ ਸਦਾ ਨਿਰਵੈਰ। ਜੋ ਯੁਗ ਚਾਰੇ ਬ੍ਰਾਹਮਣ ਖੱਤਰੀ ਵੈ ਸ਼ੂਦਰ ਵਰਨ ਹਨ। ਪਾ ਬ੍ਰਾਹਮਣਾਂ ਦਾ ਸਤਿਯੁਗ ਦੇ ਵਿੱਚ ਰਾਜ ਸੀ, ਛਤਰੀਆਂ ਦਾ ਤ੍ਰੇਤੇ ਵਿੱਚ ਸੀ, ਦੁਆਪਰ ਦੇ ਵਿੱਚ ਵੈਸ਼ਾਂ ਦਾ ਰਾਜ ਸੀ ਅਤੇ ਕਲਯੁਗ ਦੇ ਵਿੱਚ ਸ਼ੂਦਰਾਂ ਦਾ ਰਾਜ ਸੀ। ਇਉਂ ਯੁੱਗਾਂ ਯੁੱਗਾਂ ਦੇ ਵਰਨਾਂ ਨੂੰ ਸਥਾਪਨ ਕਰਕੇ ਜਾਂ ਗ੍ਰਸਤੀ ਬਾਣਪ੍ਰਸਤੀ
ਸੰਨਿਆਸੀ ਅਤੇ ਬ੍ਰਹਮਚਾਰੀ ਆਦਿਕਾਂ ਨੂੰ ਅਸਥਾਪਨ ਕਰਕੇ ਆਪ ਪਰਮੇਸ਼ਰ ਸਦਾ ਨਿਰਵੈਰ ਸਰੂਪ ਹੈ। ਇਸੇ ਪ੍ਰਕਾਰ ਜੁਗ ਜੁਗ ਤਾਪ ਸਦਾ ਨਿਰਵੈਰ। ਯੁਗ ਤੋਂ ਜੀਵ ਦੀ ਅਲਪਗਤਾ ਅਤੇ ਈਸ਼ਰ ਦੀ ਸਰਭਗਤਾ ਅਤੇ ਯੁਗ ਤੋਂ ਭਾਵ ਅਵਿਦਿਆ ਅਤੇ ਮਾਇਆ ਇਹਨੂੰ ਅਸਥਾਪਨ ਕਰਕੇ ਆਪ ਸਾਰਿਆਂ ਦਾ ਆਤਮਾ ਰੂਪ ਹੋਣ ਕਰਕੇ ਉਹ ਅਕਾਲ ਪੁਰਖ ਨਿਰਵੈਰ ਸਰੂਪ ਹੈ। ਜਨਮ ਮਰਨ ਨਹੀਂ ਧੰਦਾ ਧਰ। ਉਸ ਪਰਮੇਸ਼ਰ ਵਿੱਚ ਜੰਮਣਾ ਮਰਨਾ ਨਹੀਂ ਹੈ, ਭਾਵ ਉਹ ਆਪ ਜਨਮ ਦੇ ਵਿੱਚ ਨਹੀਂ ਆਉਂਦਾ ਅਤੇ ਨਾ ਹੀ ਮਰਦਾ ਹੈ ਅਤੇ ਨਾ ਹੀ ਉਹ ਦੁਨੀਆ ਦੇ ਧੰਦਾ ਕੰਮਾਂ ਦੇ ਵਿੱਚ ਤੈਰ ਧਾਉਂਦਾ ਦੌੜਦਾ ਹੈ। ਉਹ ਸਾਰਿਆਂ ਨੂੰ ਧੈਰ ਧੀਰਜਤਾ ਦੇਣ ਵਾਲਾ ਹੈ, ਨਾ ਹੀ ਉਸ ਨੂੰ ਕਿਰਿਆ ਅਤੇ ਨਾ ਹੀ ਅਕਿਰਿਆ ਹੈ। ਧੰਦਾ ਇਹਦਾ ਅਰਥ ਹੈ ਕੰਮ, ਕਿਰਿਆ। ਧੈਰ ਦਾ ਅਰਥ ਹੈ ਅਚੰਚਲਤਾ, ਸਥਿਰਤਾ, ਅਕਿਰਿਆਦਿਕ। ਤੋ ਇੰਝ ਉਹ ਅਕਾਲ ਪੁਰਖ ਵਾਹਿਗੁਰੂ ਜੰਮਣ ਅਤੇ ਮਰਨ ਤੋਂ ਰਹਿਤ ਹੈ, ਨਾ ਹੀ ਮਰਦਾ ਹੈ ਨਾ ਹੀ ਉਹ ਜੰਮਦਾ ਹੈ ਅਤੇ ਨਾ ਹੀ ਉਹਨੂੰ ਕੋਈ ਧੰਦਾ ਹੈ ਅਤੇ ਨਾ ਹੀ ਉਹ ਧੰਦਿਆਂ ਦੇ ਵਿੱਚ ਜਾਂ ਕਿਰਿਆ ਕਰਮ ਦੇ ਵਿੱਚ ਸੋ ਧਾਉਂਦਾ ਹੈ, ਦੌੜਦਾ ਹੈ। ਜੋ ਦਿਸੈ ਸੋ ਆਪੇ ਆਪ। ਅਕਾਲ ਪੁਰਖ ਵਾਹਿਗੁਰੂ ਜੋ ਵੀ ਕੁਝ ਇਸ ਸੰਸਾਰ ਦੇ ਵਿੱਚ ਦਿਸ ਰਿਹਾ ਹੈ, ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਉਹ ਪਰਮੇਸ਼ਰ ਆਪ ਹੀ ਆਪ ਹੈ, ਖੁਦ ਬਖੁਦ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰਬ ਮਾਹੇ। ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾਹੀ। ਜਦ ਉਸ ਵਾਹਿਗੁਰੂ ਤੋਂ ਬਿਨਾਂ ਕੋਈ ਹੈ ਹੀ ਨਹੀਂ, ਫਿਰ ਕਹਿੰਦੇ ਬੁਰਾ ਕਿਸ ਨੂੰ ਆਖੀਏ। ਉਹ ਆਪ ਹੀ ਆਪ ਹੈ। ਉਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੋ ਹੈ, ਆਪੇ ਉਪਾਏ ਆਪੇ ਕੱਢ ਥਾਪ। ਆਪ ਹੀ ਬ੍ਰਹਮਾ ਆਦਿਕਾਂ ਨੂੰ ਪੈਦਾ ਕਰਦਾ ਹੈ, ਆਪ ਹੀ ਘਟਾ ਘਟਾਂ ਦੇ ਵਿੱਚ ਪਾਲਣਾ ਕਰਨ ਵਾਲੇ ਵਿਸ਼ਨੂੰ ਆਦਿਕ ਨੂੰ ਸਥਾਪਨ ਕਰਦਾ ਹੈ, ਜਾਂ ਆਪ ਹੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਪੈਦਾ ਕਰਕੇ ਫਿਰ ਆਪ ਹੀ ਦਿਲਾਂ ਕਾ ਮਾਲਕ ਕਰੇ ਹਾਕ। ਘਟਾ ਘਟਾਂ ਦੇ ਇੱਕ ਇੱਕ ਦੇਹ ਵਿੱਚ ਸਾਰੇ ਦੇਵਤੇ ਉਹਨੇ ਸਥਾਪਿਤ ਕੀਤੇ ਹੋਏ ਨੇ। ਅਰਥਾਤ ਜਿਵੇਂ ਮੂਲਾਧਾਰ ਚੱਕਰ ਵਿੱਚ ਗਣੇਸ਼ ਦਾ ਵਾਸਾ ਹੈ, ਸਵਾਦਿਸ਼ਠਾਨ ਚੱਕਰ ਵਿੱਚ ਬ੍ਰਹਮਾ ਦਾ ਵਾਸਾ ਹੈ, ਅਤੇ ਮਣੀਪੁਰਕ ਚੱਕਰ ਦੇ ਵਿੱਚ ਵਿਸ਼ਨੂੰ ਦਾ ਵਾਸਾ ਹੈ, ਅਨਾਹਤ ਚੱਕਰ ਦੇ ਵਿੱਚ ਸ਼ਿਵ ਜੀ ਦਾ ਵਾਸਾ ਇਤਿਆਦਿਕ। ਜਾਂ ਇਸੇ ਪ੍ਰਕਾਰ ਜੋ ਦਿਸੈ ਸੋ ਆਪੇ ਆਪ। ਤਤ ਬੇਤੀਆਂ ਦੀ ਸਮਦ੍ਰਿਸ਼ਟੀ ਹੋਣੇ ਕਰਕੇ ਜੋ ਕੁਝ ਵੀ ਉਹਨਾਂ ਨੂੰ ਦਿਖਦਾ ਹੈ ਉਹ ਆਪਣਾ ਆਪ ਰੂਪ ਪਰਮੇਸ਼ਰ ਹੀ ਦਿਖਦਾ ਹੈ, ਜਾਂ ਜੀਵ ਇਸ ਦੇ ਅੰਦਰ ਆਪਣਾ ਆਪ ਰੂਪ ਪਰਮੇਸ਼ਰ ਹੀ ਦਿਖਦਾ ਹੈ। ਹੇਠਾਂ ਜੋ ਗੁਰੂ ਮਹਾਰਾਜ ਦਾ ਬਾਬਾ ਹਨੂੰਮਾਨ ਸਿੰਘ ਦੇ ਸ਼ਹੀਦੀ ਅਸਥਾਨ ਦੇ ਪ੍ਰਕਾਸ਼ ਵਕਤ ਹੁਕਮਨਾਮਾ ਆਇਆ, ਉਹ ਅੱਜ ਦਾ ਇਸੇ ਪ੍ਰਕਰਨ ਵਿੱਚ ਹੈ। ਧਨਾਸਰੀ ਮਹੱਲਾ ਪੰਜਵਾ। ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੁ ਨ ਜਾਈ। ਰਬ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਆਪੇ ਉਪਾਏ ਆਪੇ ਕੱਢ ਥਾਪ। ਮਹਾਤਮਾ ਜਨਾਂ ਦੇ ਅੰਦਰ ਆਪ ਹੀ ਸ਼ੁਭ ਗੁਣਾਂ ਨੂੰ ਪੈਦਾ ਕਰਦਾ ਹੈ, ਅਤੇ ਆਪ ਹੀ ਉਹਨਾਂ ਦੇ ਅੰਦਰ ਆਪਣਾ ਤੁਰੀਆ ਪਦ
ਸਥਾਪਨ ਕਰਦਾ ਹੈ। ਇਸੇ ਪ੍ਰਕਾਰ ਆਪੇ ਉਪਾਏ ਆਪੇ ਘਟ ਥਾਪ। ਆਪ ਹੀ ਮਹਾਤਮਾ ਜਨਾਂ ਦੇ ਹਿਰਦੇ ਅੰਦਰ ਸ਼ੁਭ ਗੁਣਾਂ ਨੂੰ ਪੈਦਾ ਕਰਦਾ ਹੈ ਅਤੇ ਹਿਰਦੇ ਅੰਦਰ ਸਥਾਪਨ ਕੀਤੇ ਹੋਏ ਔਗੁਣਾ ਆਸਰੀ ਸਮਝ ਦੇ ਤਾਈਂ ਘਟਾ ਦਿੰਦਾ ਹੈ। ਇਸੇ ਪ੍ਰਕਾਰ ਆਪੇ ਉਪਾਏ ਆਪੇ ਘਟ ਥਾਪ। ਪਰਮੇਸ਼ਰ ਆਪ ਹੀ ਜਗਿਆਸੂ ਭਗਤ ਜਨਾਂ ਨੂੰ ਪੈਦਾ ਕਰਦਾ ਹੈ ਅਤੇ ਆਪ ਹੀ ਉਹਨਾਂ ਨੂੰ ਨਿਰਵਿਕਾਰ ਕਰਕੇ ਕਾਢੇ ਹਿਰਦੇ ਅੰਦਰ ਆਪਣਾ ਸਰੂਪ ਸਥਿਤ ਕਰ ਦਿੰਦਾ ਹੈ। ਇਸੇ ਪ੍ਰਕਾਰ ਆਪੇ ਉਪਾਏ ਆਪੇ ਘਟ ਥਾਪ। ਆਪ ਹੀ ਚਾਰ ਖਾਣੀਆਂ ਨੂੰ ਪੈਦਾ ਕਰਦਾ ਹੈ ਅਤੇ ਆਪ ਹੀ ਚਾਰ ਖਾਣੀਆਂ ਦੇ ਘਟਾਂ ਵਿੱਚ ਆਪਣੀ ਜੋਤ ਨੂੰ ਸਥਾਪਿਤ ਕਰਦਾ ਹੈ। ਆਪੇ ਗੋਚਰ ਧੰਦਾ ਲੋਈ। ਉਹ ਪਰਮੇਸ਼ਰ ਆਪ ਇੰਦਰੀਆਂ ਦੇ ਵਿਸ਼ੇ ਹੈ ਅਤੇ ਬਾਕੀ ਸਭ ਜਿੰਨੀ ਵੀ ਲੁਕਾਈ ਹੈ ਇਹ ਧੰਦਾ ਕਾਰੂ ਵਿਹਾਰਾਂ ਵਿੱਚ ਲੱਗੀ ਹੋਈ ਹੈ ਜਾਂ ਸਾਰੇ ਧੰਦਿਆਂ ਦਾ ਆਪ ਹੀ ਪ੍ਰਕਾਸ਼ਕ ਹੈ। ਪਰ ਧੰਦਿਆਂ ਦੇ ਵਿੱਚ ਫਸਿਆਂ ਨੂੰ ਗੁਰਾਂ ਦੁਆਰਾ ਜੋਗ ਜੁਗਤ ਜਗ ਜੀਵਨ ਸੋਈ। ਆਪਣੇ ਨਾਲ ਜੋਗ ਜੁੜਨ ਦੀ ਜੁਗਤੀ ਦੇਣ ਵਾਲਾ ਵੀ ਸੋਈ ਉਹ ਜਗਤ ਦਾ ਜੀਵਨ ਉਹ ਪਰਮੇਸ਼ਰ ਆਪ ਹੀ ਹੈ। ਜਾਂ ਪਾਤਸ਼ਾਹ ਫਰਮਾਉਂਦੇ ਹਨ ਜੋਗ ਜੁਗਤ ਜਗ ਜੀਵਨ ਸੋਈ। ਜੋ ਗੁਰਾਂ ਦੇ ਉਪਦੇਸ਼ ਦੀ ਜੁਗਤੀ ਦੁਆਰਾ ਚਿੱਤ ਦੀ ਬਿਰਤੀ ਨੂੰ ਇਕਾਗਰ ਕਰਕੇ ਜਾਂ ਬ੍ਰਹਮਾਕਾਰ ਕਰਕੇ ਪ੍ਰਭੂ ਨਾਮ ਨਾਲ ਜੋੜਦਾ ਹੈ ਉਸ ਦੇ ਹਿਰਦੇ ਵਿੱਚ ਸੋਈ ਉਹ ਜਗ ਜੀਵਨ ਜਗਤ ਦਾ ਜੀਵਨ ਉਹ ਪਰਮੇਸ਼ਰ ਪ੍ਰਗਟ ਹੋ ਜਾਂਦਾ ਹੈ। ਇਸੇ ਪ੍ਰਕਾਰ ਜੋਗ ਜੁਗਤ ਜਗ ਜੀਵਨ ਸੋਈ। ਉਹੀ ਜੋਗ ਦੇ ਵਿੱਚ ਜੁੜਿਆ ਹੋਇਆ ਹੈ ਜਿਸ ਨੂੰ ਉਸ ਜਗਤ ਦਾ ਜੀਵਨ ਚੇਤਨ ਬ੍ਰਹਮ ਆਪਣਾ ਆਪ ਰੂਪ ਹੋ ਕੇ ਪ੍ਰਾਪਤ ਹੋਇਆ ਹੈ। ਕਰ ਆਚਾਰ ਸੱਚ ਸੁਖ ਹੋਈ। ਸੱਚ ਨਾਮ ਰੂਪ ਸ੍ਰੇਸ਼ਟ ਆਚਾਰ ਕਰਤੱਵ ਦੇ ਕਰਨੇ ਕਰਕੇ ਹੀ ਸੱਚੇ ਸੁਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜਾਂ ਇਸੇ ਪ੍ਰਕਾਰ ਕਰ ਆਚਾਰ ਸੱਚ ਸੁਖ ਹੋਈ। ਸ੍ਰੇਸ਼ਟਾਚਾਰ ਕਰਨੇ ਕਰਕੇ ਤੇ ਸੱਚੇ ਨਾਮ ਦਾ ਜਾਪ ਕਰਕੇ ਜਾਂ ਨਿਸ਼ਕਾਮ ਕਰਮ ਤੇ ਸਚਾਈ ਵਾਲਾ ਕਰਤੱਵ ਕਰਨੇ ਕਰਕੇ ਸੁਖ ਆਨੰਦ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਨਾਮ ਵਹਿਉਣ ਮੁਕਤ ਕਿਵ ਹੋਈ। ਜਿਹੜੀਆਂ ਰੂਹਾਂ ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾਂ ਹਨ ਉਹਨਾਂ ਦੀ ਮੁਕਤੀ ਕਿਵੇਂ ਹੋਵੇਗੀ? ਭਾਵ ਉਹਨਾਂ ਦੀ ਮੁਕਤੀ ਨਹੀਂ ਹੋਵੇਗੀ। ਉਹ ਤਾਂ ਜੂਨਾਂ ਦੇ ਵਿੱਚ ਹੀ ਭਰਮਦੇ ਫਿਰਦੇ ਰਹਿੰਦੇ ਹਨ। ਵਿਣ ਨਾ ਵੈਵਾਰ ਵਿਰੋਧ ਸਰੀਰਾ। ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾਂ ਸਰੀਰ ਜੀਵ ਦਾ ਵਿਰੋਧੀ ਹੈ। ਭਾਵ ਇਹ ਦੁੱਖ ਹੀ ਦਿੰਦਾ ਰਹਿੰਦਾ ਹੈ। ਕਦੇ ਖਾਣ ਨੂੰ ਮੰਗਦਾ ਹੈ, ਕਦੇ ਸੌਣ ਨੂੰ ਮੰਗਦਾ ਹੈ ਅਤੇ ਕਦੇ ਕਿਸੇ ਸੁੰਦਰ ਚੀਜ਼ਾਂ ਵੱਲ ਵੇਖਣ ਨੂੰ ਰੁਚੀ ਕਰਦਾ ਹੈ। ਹੋਰ ਨਹੀਂ ਹੋਰ ਨਾਲੇ ਤਾਂ 500-700 ਰੁਪਈਆ ਖਰਚ ਆਉਂਦਾ ਅਤੇ ਨਾਲੇ ਕਹਿੰਦਾ ਵੀ ਚੱਲ ਬੈਠ। ਸੋ ਫਿਲਮ ਆਦਿਕ ਦੇ ਵਿੱਚ ਥੀਏਟਰ ਆਦਿਕ ਦੇ ਵਿੱਚ ਲਿਜਾਂਦਾ ਇਉਂ ਆਪਣੇ ਕੰਮਾਂ ਦੇ ਵਿੱਚ ਹੀ ਲਾਈ ਰੱਖਦਾ ਹੈ। ਕਦੀ ਵੀ ਮਨ ਨੂੰ ਬਾਣੀ ਵਿੱਚ ਨਹੀਂ ਜੁੜਨ ਦਿੰਦਾ, ਨਾਮ ਦੇ ਵਿੱਚ ਨਹੀਂ ਲੱਗਣ ਦਿੰਦਾ, ਪਰਮੇਸ਼ਰ ਦੇ ਭਜਨ ਦੇ ਵਿੱਚ ਚਿੱਤ ਜੁੜਨ ਨਹੀਂ ਦਿੰਦਾ ਹੈ। ਇਸੇ ਪ੍ਰਕਾਰ ਵਿਣ ਨਾ ਵੈ ਵਿਰੋਧ ਸਰੀਰਾ। ਵਾਹਿਗੁਰੂ ਨਾਮ ਤੋਂ ਬਿਨਾਂ ਸਰੀਰ ਦੇ ਸੰਬੰਧੀ ਆਪਣੇ ਮੋਹ ਦੇ ਵਿੱਚ ਹੀ ਲਾਈ ਰੱਖਦੇ ਨੇ। ਇਸੇ ਕਰਕੇ ਜੀਵ ਦੇ ਨਾਲ ਵੈਰ ਹੀ ਕਰਦੇ ਨੇ ਕਿਉਂਕਿ ਪਰਮੇਸ਼ਰ ਵੱਲ ਉਹ ਜੁੜਨ ਨਹੀਂ ਦਿੰਦੇ। ਜਾਂ ਜੀਵ ਦਾ ਸਰੀਰ ਹੀ ਵਿਰੋਧੀ ਹੈ ਕਿਉਂਕਿ ਨਾਮ ਜਪਣ ਤੋਂ ਬਿਨਾਂ ਇਹ ਸਰੀਰ 'ਤੇ ਅਧਿਆਸ ਦੇ ਅਧਿਆਸ ਕਰਕੇ ਵਾਰ-ਵਾਰ ਜੂਨਾਂ ਵਿੱਚ
ਆਉਣਾ ਤੇ ਜਾਣਾ ਪੈਂਦਾ ਹੈ। ਇਸੇ ਪ੍ਰਕਾਰ ਵਿਣ ਨਾਵੈ ਵਿਰੋਧ ਸਰੀਰ। ਸੋ ਨਾਮ ਜਪੇ ਤੋਂ ਬਿਨਾ ਇੰਦਰੀਆਂ ਦਾ ਸਮੁਦਾਇ ਬੇਕਾਬੂ ਰਹਿੰਦਾ ਹੈ। ਅਰਥਾਤ ਇੰਦਰੀਆਂ ਦੇ ਇਕੱਠ ਦਾ ਨਾਮ ਹੀ ਸਰੀਰ ਹੈ। ਜੋ ਇੰਦਰੀਆਂ ਦਾ ਆਪਣੇ ਵਿਸ਼ਿਆਂ ਵੱਲ ਧਾਮਦੇ ਰਹਿਣਾ ਹੈ, ਜਿਸ ਦਾ ਸਰੀਰਕ ਵਿਰੋਧ ਫਲ ਹੁੰਦਾ ਹੈ। ਭਾਵ ਮਨ ਦਾ ਖੰਡਾਓ ਵਿੱਚ ਰਹਿਣਾ, ਖੰਡਾਓ ਦੇ ਵਿੱਚ ਰਹਿਣਾ ਹੀ ਬੇਕਾਬੂ ਰਹਿਣਾ ਹੈ। ਹੇ ਪੰਡਤ ਜੀ, ਕਿਉ ਨ ਮਿਲ ਹੈ ਕਾਟੈ ਮਨ ਪੀਰਾ। ਮਨ ਦੀ ਹਉਮੈ ਵਿਛੋੜੇ ਰੂਪ ਪੀੜਾ ਦੇ ਕੱਟਣ ਵਾਲੇ ਗੁਰਾਂ ਨੂੰ ਜਾਂ ਪਰਮੇਸ਼ਰ ਦੇ ਨਾਲ ਤੂੰ ਕਾਹਦੇ ਵਾਸਤੇ ਨਹੀਂ ਮਿਲਦਾ ਹੈ, ਕਿਉਂ ਦੂਰ ਭੱਜਦਾ ਹੈ। ਇਸੇ ਪ੍ਰਕਾਰ ਕਿਉ ਨ ਮਿਲ ਹੈ ਕਾਟੈ ਮਨ ਪੀਰਾ। ਇਹ ਪਰਮੇਸ਼ਰ ਤੂੰ ਸਾਡੇ ਤਾਈਂ ਕਿਉਂ ਨਹੀਂ ਮਿਲਦਾ ਹੈ। ਜੇ ਮਿਲ ਜਾਵੇ ਤਾਂ ਸਾਡੇ ਮਨ ਦੀ ਪ੍ਰਾਪਤੀ ਦੇ ਵਿਛੋੜੇ ਦੀ ਪੀੜਾ ਨੂੰ ਤੂੰ ਕੱਟ ਦੇਵੇਂ। ਇਸੇ ਪ੍ਰਕਾਰ ਕਿਉ ਨ ਮਿਲ ਹੈ ਕਾਟੈ ਮਨ ਪੀਰਾ। ਹੇ ਅਧਿਕਾਰੀ, ਨੂੰ ਗੁਰੂ ਸਾਹਿਬ ਜੀ ਦੇ ਸ਼ਬਦ ਨਾਲ ਕਿਉਂ ਨਹੀਂ ਮਿਲਦਾ। ਜੇ ਤੂੰ ਗੁਰ ਸ਼ਬਦ ਦੀ ਕਮਾਈ ਕਰੇਗਾ ਤਾਂ ਗੁਰੂ ਸਾਹਿਬ ਜੀ ਤੇਰੇ ਮਨ ਦੇ ਵਿੱਚੋਂ ਅਵਿਦਿਆ ਦੀ ਪੀੜਾ ਨੂੰ ਕੱਟ ਦੇਣਗੇ। ਵਾਟ ਵਟਾਊ ਆਵੈ ਜਾਏ। ਨਾਮ ਜਪੇ ਤੋਂ ਬਿਨਾ ਜੀਵ ਮੁਸਾਫਿਰ ਬਣ ਕੇ ਸੰਸਾਰ ਵਿੱਚ ਜਾਂ ਜੂਨਾ ਰੂਪੀ ਰਸਤੇ ਵਿੱਚ ਆਉਂਦਾ ਅਤੇ ਮਰ ਕੇ ਜਾਂਦਾ ਹੈ। ਇਸੇ ਪ੍ਰਕਾਰ ਵਾਟ ਵਟਾਊ ਆਵੈ ਜਾਏ। ਭਗਤੀ ਕਰਨ ਵੱਲੋਂ ਰਸਤਾ ਵੱਟ ਕੇ ਨਾਮ ਤੋਂ ਬਗੈਰ ਜੀਵ ਕੁਸੰਗਤ ਵੱਲ ਜਾਂਦਾ ਹੈ। ਇਸੇ ਕਰਕੇ ਆਉਂਦਾ ਜਾਂਦਾ, ਜੰਮਦਾ ਮਰਦਾ ਰਹਿੰਦਾ ਹੈ। ਮਨ ਨੇ ਬਿਜ਼ੀ ਰਹਿਣਾ ਹੈ। ਭਾਵੇਂ ਇਹਨੂੰ ਬੁਰੇ ਪਾਸੇ ਬਿਜ਼ੀ ਕਰ ਲਓ, ਭਾਵੇਂ ਚੰਗੇ ਪਾਸੇ ਕਰ ਲਓ। ਜੇ ਨਾਮ ਬਾਣੀ ਵਿੱਚ ਰੁਝੀ ਰੱਖੋਗੇ ਤਾਂ ਬੁਰੇ ਪਾਸੇ ਵੱਲੋਂ ਬਚ ਜਾਓਗੇ। ਜੇ ਵਿਹਲਾ ਰੱਖੋਗੇ, ਕਹਿੰਦੇ ਵਿਹਲਾ ਮਨ ਸ਼ੈਤਾਨੀ ਦਾ ਘਰ ਹੈ। ਇਉਂ ਕੁਸੰਗਤ ਵਿੱਚ ਆਉਂਦਾ ਜਾਂਦਾ, ਜੰਮਦਾ ਮਰਦਾ ਰਹਿੰਦਾ। ਇਸੇ ਪ੍ਰਕਾਰ ਕਿਆ ਲੈ ਆਇਆ ਵਾਟ ਵਟਾਊ ਆਵੈ ਜਾਏ। ਜੇ ਕੁਸੰਗਤ ਵੱਲੋਂ ਰਸਤਾ ਵੱਟ ਲਵੇ ਤਾਂ ਉਹ ਸਰੂਪ ਰੂਪੀ ਜਗ੍ਹਾ ਵਿੱਚ ਆ ਜਾਂਦਾ ਹੈ ਅਤੇ ਉਹ ਰਾਹ ਦੇ ਵਟਾਊ ਮੁਸਾਫਰ ਬਣ ਕੇ ਆਉਣ ਜਾਣ ਵਿੱਚ ਨਹੀਂ ਰਹਿੰਦਾ। ਭਾਵ ਉਹਨੂੰ ਵਾਰ-ਵਾਰ ਵਾਸ਼ਨਾ ਕਰਕੇ ਸੰਸਾਰ ਵਿੱਚ ਆਉਣਾ ਜਾਣਾ ਨਹੀਂ ਪਵੇਗਾ। ਇਸੇ ਪ੍ਰਕਾਰ ਵਾਟ ਵਟਾਊ ਆਵੈ ਜਾਏ। ਜੋ ਸੰਜਤ ਕਰਮ ਪ੍ਰਾਲਬਧ ਕਰਕੇ ਲੋਕ ਪਰਲੋਕ ਦੇ ਰਸਤੇ ਦਾ ਮੁਸਾਫਰ ਬਣਿਆ ਹੋਇਆ, ਉਹ ਆਉਂਦਾ ਜਾਂਦਾ ਰਹਿੰਦਾ ਹੈ। ਕਿਆ ਲੈ ਆਇਆ ਕਿਆ ਪੱਲੇ ਪਾਏ। ਇਹ ਜੀਵ ਸੰਸਾਰ ਵਿੱਚ ਲੈ ਕੇ ਕੀ ਆਇਆ ਸੀਗਾ? ਖਾਲੀ ਹੱਥ ਆਇਆ ਸੀ ਅਤੇ ਅੰਤ ਨੂੰ ਪੱਲੇ ਕੀ ਪਾਵੇਗਾ? ਮਤਲਬ ਆਪਦੇ ਪੱਲੇ ਵਿੱਚ ਕੀ ਲੈ ਕੇ ਜਾਵੇਗਾ? ਕੁਛ ਵੀ ਨਹੀਂ। ਅਰਥਾਤ ਜੀਵ ਸੰਸਾਰ ਵਿੱਚ ਪੁੰਨ ਕਰਮਾਂ ਦਾ ਸਦਕਾ ਮਨੁੱਖ ਜਨਮ ਧਾਰ ਕੇ ਆਉਂਦਾ ਹੈ ਅਤੇ ਅੰਤ ਵੇਲੇ ਇੱਥੋਂ ਪਾਪ ਕਰਮ ਪੱਲੇ ਪਾ ਕੇ ਚਲਾ ਜਾਂਦਾ ਹੈ। ਇਸੇ ਪ੍ਰਕਾਰ ਕਿਆ ਲੈ ਆਇਆ ਕਿਆ ਪੱਲੇ ਪਾਏ। ਜੀਵ ਲੈਣ ਕੀ ਆਇਆ ਸੀ? ਭਾਵ ਜੀਵ ਸੰਸਾਰ ਵਿੱਚ ਚਾਰ ਪਦਾਰਥ ਲੈਣ ਵਾਸਤੇ ਆਇਆ ਸੀ ਅਤੇ ਪੱਲੇ ਕੀ ਪਾ ਕੇ ਜਾਵੇਗਾ? ਭਾਵ ਇੱਥੋਂ ਆਪਣੇ ਹਿਰਦੇ ਵਿੱਚ ਵਿਕਾਰਾਂ ਨੂੰ ਪੱਲੇ ਪਾ ਕੇ ਚਲਿਆ ਜਾਵੇਗਾ। ਚੱਲੇ ਜੁਆਰੀ ਤੂੰ ਇਹ ਹੱਥ ਝਾਰ। ਵਿਣ ਨਾਵੈ ਟੋਟਾ ਸਭ ਥਾਏ। ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾਂ ਸਾਰੀਆਂ ਥਾਵਾਂ ਵਿੱਚ ਘਾਟਾ ਹੀ ਘਾਟਾ ਹੈ। ਲਾਹਾ ਮਿਲੈ ਜਦੇ ਬੁਝਾਏ। ਪਰਮੇਸ਼ਰ ਦੇ ਨਾਮ ਦਾ ਲਾਭ ਉਹਨੂੰ ਮਿਲਦਾ ਹੈ ਜਿਸ ਨੂੰ ਗੁਰੂ ਸਾਹਿਬ ਜੀ ਕਿਰਪਾ ਕਰਕੇ ਸਮਝਾ ਦਿੰਦੇ ਨੇ।
ਜਾਂ ਜਿਹਨੂੰ ਪਰਮੇਸ਼ਰ ਪੂਰਬਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਗੁਰੂ ਉਪਦੇਸ਼ ਸਮਝਾ ਦਿੰਦਾ ਹੈ। ਵਣਜ ਵਪਾਰ ਵਣਜ ਵਪਾਰੀ ਸੰਚਤ ਕਰਮ ਕਰੇ ਮਾਨ ਆਦਿ ਕਰਮਾਂ ਦੀ ਜੋ ਵਣਜ ਸੁਦਾਗਰੀ ਕਰਨ ਵਾਲਾ ਵਪਾਰੀ ਇਹ ਜੀਵ ਦੇਹਾਰੂ ਵਣਜਾਂ ਨੂੰ ਵਣਜਦਾ ਖਰੀਦਦਾ ਰਹਿੰਦਾ ਹੈ, ਭਾਵ ਆਵਾਗੁਣ 'ਚ ਪਿਆ ਰਹਿੰਦਾ, ਕਦੇ ਵੀ ਮੁਕਤ ਨਹੀਂ ਹੋ ਸਕਦਾ। ਅਰਥਾਤ ਕਰਮਾਂ ਦਾ ਵਣਜ ਕਰਨ ਵਾਲੇ ਵਪਾਰੀ ਕਿਰੇਮਾਨ ਕਰਮ ਸੰਚਿਤ ਆਦਿ ਕਰਮਾਂ ਨੂੰ ਹੀ ਕਰਦੇ ਨੇ, ਕਿਉਂਕਿ ਕਿਰੇਮਾਨ ਕਰਮ ਦਾ ਸੰਚਿਤ ਕਰਮ ਬਣਦਾ ਹੈ, ਸੰਚਿਤ ਕਰਮ ਦਾ ਪ੍ਰਾਲਬਧ ਰੂਪ ਕਰਮ ਬਣਦਾ। ਇਉਂ ਪ੍ਰਾਲਬਧ ਰੂਪ ਕਰਮਾਂ ਦਾ ਵਪਾਰੀ ਜੀਵ ਕਰਮਾਂ ਨੂੰ ਵਣਜਦਾ ਖਰੀਦਦਾ ਰਹਿੰਦਾ ਹੈ। ਜੀਵ ਦੀ ਪ੍ਰਾਲਬਧ ਅਨੁਸਾਰ ਜੇ ਬਹੁਤੇ ਪੁੰਨ ਹੋਣ ਅਤੇ ਪਾਪ ਥੋੜ੍ਹੇ ਹੋਣ ਤਾਂ ਦੇਵ ਦੇਹੀ ਨੂੰ ਪ੍ਰਾਪਤ ਹੁੰਦਾ। ਜੇਕਰ ਪਾਪ ਪੁੰਨ ਦੋਵੇਂ ਇੱਕੋ ਜਿਹੇ ਹੋਣ ਤਾਂ ਮਨੁੱਖਾ ਦੇਹੀ ਪ੍ਰਾਪਤ ਹੁੰਦੀ ਹੈ। ਜੇਕਰ ਪੁੰਨ ਥੋੜ੍ਹੇ ਹੋਣ ਅਤੇ ਪਾਪ ਬਹੁਤੇ ਹੋਣ ਤਾਂ ਫਿਰ ਪਸ਼ੂ ਜਾਂ ਪੰਛੀਆਂ ਦੀ ਜੂਨਾਂ ਨੂੰ ਪ੍ਰਾਪਤ ਹੁੰਦਾ ਹੈ। ਕੁੱਤੇ ਬਿੱਲੇ ਸੱਪ ਠੂੰਹੇ ਇੰਝ ਇਹ ਪ੍ਰਭੂ ਪਰਮਾਤਮਾ ਦੇ ਘਰ ਦਾ ਇਹ ਨਿਯਮ ਹੈ। ਸਾਰੇ ਜੀਆ ਜੰਤ ਕਰਮ ਹੀ ਭੋਗਦੇ ਨੇ। ਇਸੇ ਪ੍ਰਕਾਰ ਵਣਜ ਵਪਾਰ ਵਣਜ ਵਪਾਰੀ ਜੋ ਦੇਵੀ ਦੇਵਤਿਆਂ ਦਾ ਉਪਾਸ਼ਕ ਵਪਾਰੀ ਜੀਵ ਉਪਾਸ਼ਨਾ ਰੂਪ ਵਣਜ ਨੂੰ ਕਰਦਾ ਰਹਿੰਦਾ ਹੈ, ਐਸਾ ਵਣਜ ਖਰੀਦਣ ਵਾਲਾ ਵਪਾਰੀ ਜੀਵ ਜੂਨਾਂ ਦੇ ਵਿੱਚ ਹੀ ਭਰਮਦਾ ਰਹਿੰਦਾ ਹੈ। ਇਸੇ ਪ੍ਰਕਾਰ ਵਣਜ ਵਪਾਰ ਵਣਜ ਵਪਾਰੀ ਅਸਲੀ ਵਪਾਰ ਕਰਨ ਵਾਲਾ ਪਰਮੇਸ਼ਰ ਦੇ ਨਾਮ ਦਾ ਵਪਾਰ ਹੈ। ਇਸ ਲਈ ਇੰਝ ਗਿਆਸੁਰ ਵਪਾਰੀ ਬਣ ਕੇ ਗੁਰਾਂ ਦੇ ਪਾਸੋਂ ਨਾਮ ਰੂਪੀ ਵਣਜ ਨੂੰ ਖਰੀਦਣਾ ਕਰੇ। ਵਿਣ ਨਾਵੈ ਕੈਸੀ ਪਤ ਸਾਰੀ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਤੋਂ ਬਿਨਾਂ ਕਿਸ ਤਰ੍ਹਾਂ ਸਾਰੀ ਪੂਰੀ ਸ੍ਰੇਸ਼ਟ ਪਤ ਇੱਜ਼ਤ ਹੋ ਸਕਦੀ ਹੈ। ਭਾਵ ਕਿਸੇ ਦੀ ਵੀ ਸ੍ਰੇਸ਼ਟ ਪਤ ਨਹੀਂ ਹੋ ਸਕਦੀ। ਸਭ ਅਧੂਰੀ ਪਦ ਦੇ ਸਮੇਤ ਹੀ ਪਰਲੋਕ ਨੂੰ ਚਲੇ ਜਾਂਦੇ ਹਨ। ਗੁਣ ਵਿਚਾਰੇ ਗਿਆਨੀ ਸੋਏ ਸੋ ਮਹਾਰਾਜ ਕਹਿੰਦੇ ਨੇ ਕਿ ਗੁਣਾਂ ਦੀ ਵਿਚਾਰ ਕਰੇ। ਜਿਹੜਾ ਪੁਰਖ ਗੁਣ ਦਾ ਮਤਲਬ ਹੈ ਪਰਉਪਕਾਰ, ਪਰਮੇਸ਼ਰ ਦੇ ਕੀਤੇ ਪਰਉਪਕਾਰ ਨੂੰ ਵਿਚਾਰਦਾ ਰਹਿੰਦਾ ਹੈ ਕਿ ਵੇਖੋ ਵਾਹਿਗੁਰੂ ਜੀ ਨੇ ਸਾਨੂੰ ਮਨੁੱਖਾ ਜਨਮ ਬਖਸ਼ਿਆ, ਕਿ ਆ ਸੋਹਣਾ ਬੜਾ ਸਰੀਰ ਅੰਗਾਂ ਪ੍ਰਤੰਗਾਂ ਵਾਲਾ ਬਖਸ਼ਿਸ਼ ਕੀਤਾ ਹੈ। ਜੇ ਅੱਖਾਂ ਪੈਰਾਂ ਵਿੱਚ ਲਾ ਦਿੰਦਾ ਆਪਾਂ ਦੇਖਦੇ ਕਿਵੇਂ, ਜੇ ਕੰਨ ਪੈਰਾਂ ਵਿੱਚ ਲਾ ਦਿੰਦਾ ਮਿੱਟੀ ਨਾਲ ਹੀ ਭਰੇ ਰਹਿਣੇ ਸਨ। ਦੂਰ ਚੀਜ਼ਾਂ ਨੂੰ ਵੇਖਣ ਵਾਸਤੇ ਸਭ ਤੋਂ ਉੱਪਰ ਅੱਖਾਂ ਦੇ ਕੰਨ ਆਦਿਕ ਲਾਏ, ਦੂਰ ਦੀਆਂ ਗੱਲਾਂ ਸੁਣੀਆਂ ਜਾਂਦੀਆਂ, ਆਵਾਜ਼ ਦੂਰੋਂ ਹੀ ਸੁਣਾਈ ਦਿੰਦੀ ਹੈ, ਅੱਖਾਂ ਵੇਖ ਸਕਦੀਆਂ ਨੇ। ਫਿਰ ਰਹਿਣ ਬਹਿਣ ਲਈ ਘਰ ਬਾਰ ਦਿੱਤਾ, ਸਾਡਾ ਦਿਲ ਲੱਗਾ ਰਹੇ, ਸਾਕ ਸੰਬੰਧੀ ਦਿੱਤੇ। ਇਉਂ ਇਹ ਵਾਹਿਗੁਰੂ ਦੇ ਪਰਉਪਕਾਰ ਨੇ। ਇਉਂ ਯਾਦ ਰੱਖਦਿਆਂ ਹੋਇਆ ਜਿਹੜਾ ਮਹਾਰਾਜ ਦੇ ਪਰਉਪਕਾਰ ਵਿਚਾਰਦਾ ਉਹੀ ਅਸਲ 'ਚ ਗਿਆਨੀ ਹੈ, ਉਹੀ ਗਿਆਨਵਾਨ ਹੋ ਸਕਦਾ ਹੈ। ਇਸੇ ਪ੍ਰਕਾਰ ਗੁਣ ਵਿਚਾਰੇ ਗਿਆਨੀ ਸੋਏ। ਗੁਣ ਦਾ ਮਤਲਬ ਹੈ ਸਰੂਪ, ਜੋ ਸਰੂਪ ਦੇ ਗਿਆਨ ਦੀ ਜਾਂ ਪਤਿਤ ਪਾਵਨ ਦੀਨ ਦਿਆਲ ਭਗਤ ਵਛਲ ਆਦਿਕ ਵਾਹਿਗੁਰੂ ਜੀ ਦੇ ਗੁਣਾਂ ਦੀ ਵਿਚਾਰ ਕਰਦਾ ਹੈ ਔਰ ਉਹਦੀ ਸ਼ਰਨ ਵਿੱਚ ਪੈਂਦਾ ਹੈ, ਉਹੀ ਸਰੂਪ ਦਾ ਤਤ ਗਿਆਨੀ ਹੋ ਸਕਦਾ ਹੈ। ਜਾਂ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਬਚਨ ਹੈ
ਕਹਿੰਦੇ ਭੈ ਕਾਹੂ ਕੋ ਦੇਤ ਨ ਹੈ, ਨਹਿ ਪੈ ਮਾਨਤ ਆਣ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਣ। ਜੋ ਨਿਰਭੈਤਾ ਵਾਲਾ ਗੁਣ ਵਾਹਿਗੁਰੂ ਦਾ ਹੈ, ਉਹਦਾ ਨਾਮ ਜਪਦੇ ਆ, ਬਾਣੀ ਪੜ੍ਹਦੇ ਹਾਂ, ਇਹ ਗੁਣ ਦੀ ਵਿਚਾਰ ਮਨ ਵਿੱਚ ਰੱਖਦਾ ਹੈ ਕਿ ਜਦ ਜਨਮ ਸਾਨੂੰ ਪਰਮਾਤਮਾ ਨੇ ਦਿੱਤਾ, ਤੁਸੀਂ ਦੱਸੋ ਦਿੱਤਾ ਕਿ ਨਹੀਂ ਦਿੱਤਾ? ਰੱਬ ਨੇ ਦਿੱਤਾ ਨਾ ਜਨਮ, ਫਿਰ ਜਾਨ ਵੀ ਉਹਨੂੰ ਆਪਾਂ ਵਾਪਸ ਕਰਨੀ ਆ। ਇਹ ਸ਼ੋਰ ਹੈ ਵੀ ਵਾਹਿਗੁਰੂ ਦੀ ਦਿੱਤੀ ਜਾਨ ਨੂੰ ਉਹਨੂੰ ਵਾਪਸ ਕਰਨਾ ਪੈਣਾ ਹੈ, ਲੈ ਕੇ ਵੀ ਉਹਨੇ ਜਾਣਾ। ਜਦ ਜਨਮ ਉਹਨੇ ਦਿੱਤਾ ਹੈ ਅਤੇ ਲੈ ਕੇ ਵੀ ਉਹ ਜਾਏਗਾ। ਖਾਣ ਪੀਣ ਪਹਿਰਨ ਭੋਗਣ ਨੂੰ ਸਾਕ ਸੰਬੰਧੀ ਜਦ ਉਹੀ ਦੇ ਰਿਹਾ, ਫਿਰ ਆਪਾਂ ਕਿਸੇ ਤੋਂ ਭਲਾ ਕਿਉਂ ਡਰਨਾ? ਦੱਸੋ ਭਲਾ। ਇਹ ਫਿਰ ਪਸ਼ੂ ਬਿਰਤੀ ਹੈ ਨਾ, ਆਪ ਤੋਂ ਤਗੜੇ ਤੋਂ ਡਰ ਜਾਣਾ, ਛੋਟੇ ਨੂੰ ਡਰਾ ਦੇਣਾ। ਇਸ ਤਰ੍ਹਾਂ ਕਿਉਂ ਹੈ? ਤੋ ਅਸਲੀ ਗਿਆਨੀ ਉਹ ਹੈ ਜਿਹੜੀ ਇਸ ਗੱਲ ਦੀ ਵਿਚਾਰ ਨੂੰ ਆਪਦੇ ਮਨ ਵਿੱਚ ਰੱਖਦਾ ਵੀ ਰੱਬ ਦੀ ਦਿੱਤੀ ਜਾਨ ਰੱਬ ਲੈ ਸਕਦਾ, ਫਿਰ ਬੰਦੇ ਕੋ ਕਾਹਦਾ ਡਰਨਾ। ਬਾਣੀ ਹਿਰਦੇ ਵਿੱਚ ਵਸੀ ਦੀ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਕਿਹਾ ਕਰਦੇ ਕਿ ਇਹ ਨਿਸ਼ਾਨੀ ਹੈ ਕਿ ਇਨਸਾਨ ਜੋ ਹੈ ਕਿਸੇ ਤੋਂ ਨਹੀਂ ਡਰਦਾ। ਜੇ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਅਸੀਂ ਪਰਮਾਤਮਾ ਤੋਂ ਤਾਂ ਕਦੀ ਡਰਦੇ ਨਹੀਂ, ਪਰ ਦੂਸਰਿਆਂ ਬਾਰੇ ਸੋਚਦੇ ਹਾਂ ਵੀ ਕਿਸੇ ਨੂੰ ਪਤਾ ਨਾ ਲੱਗ ਜਾਏ, ਉਹ ਦੱਸੀ ਨਾ ਦੂਜੇ ਨੂੰ, ਅਤੇ ਕੋਈ ਵੇਖ ਨਾ ਲਵੇ। ਇਹ ਲੋਕੇ ਕਰੀ ਮਤਲਬ ਦੁਨੀਆ ਤੋਂ ਥਰ ਥਰ ਕੰਬੀ ਦਾ। ਅਤੇ ਜਿਹਨੇ ਸਾਨੂੰ ਇਹ ਸਰੀਰ ਬਖਸ਼ਿਆ ਹੈ, ਜਿਹੜਾ ਸਭ ਕੁਝ ਵੇਖ ਰਿਹਾ, ਕਰ ਕਰਾ ਰਿਹਾ, ਜਿਹਨੂੰ ਲੇਖਾ ਦੇਣਾ ਪੈਣਾ, ਉਹ ਤੋਂ ਆਪਾਂ ਨਿਰਖੌਫ ਹੋ ਰਹੇ ਹਾਂ। ਇਹੀ ਵਿਚਾਰ ਹੈ ਜਿਹੜਾ ਇਸ ਦੀ ਵਿਚਾਰ ਨੂੰ ਧਾਰਨ ਕਰਦਾ, ਅਸਲੀ ਤੱਤ ਦਾ ਗਿਆਨੀ ਉਹੀ ਹੋ ਸਕਦਾ। ਇਸੇ ਪ੍ਰਕਾਰ ਗੁਣ ਵਿਚਾਰੇ ਗਿਆਨੀ ਸੋਏ, ਜੋ ਬ੍ਰਹਮ ਦੇ ਵਿੱਚ ਸੱਚਿਤ ਆਨੰਦ ਸਰੂਪ ਆਦਿ ਗੁਣ ਹਨ, ਅਤੇ ਜੋ ਇਸ ਗੱਲ ਨੂੰ ਵਿਚਾਰ ਕੇ ਜੀਵ ਈਸ਼ ਦੀ ਏਕਤਾ ਕਰਦਾ, ਅਸਲੀ ਉਹ ਗਿਆਨਵਾਨ ਹੋ ਸਕਦਾ ਹੈ। ਗੁਣ ਮੈਂ ਗਿਆਨ ਪ੍ਰਾਪਤ ਹੋਏ, ਗੁਣ ਕਿਹੜੇ ਨੇ? ਸਤ ਸੰਤੋਖ ਆਦਿਕ। ਜਦ ਸ਼ੁਭ ਗੁਣ ਹਿਰਦੇ ਵਿੱਚ ਆ ਜਾਣ ਤਦ ਹੀ ਸਰੂਪ ਦਾ ਗਿਆਨ ਜਾਂ ਪ੍ਰੋ ਗਿਆਨ ਪ੍ਰਾਪਤ ਹੁੰਦਾ ਹੈ। ਗੁਣ ਦਾਤਾ ਵਿਰਲਾ ਸੰਸਾਰ, ਆਪਣੋਂ ਪ੍ਰਸ਼ਾਦਾ ਕੋਈ ਛਕਾ ਸਕਦਾ ਹੈ, ਪੈਸੇ ਦੇ ਸਕਦਾ ਹੈ, ਲੀੜਾ ਕੱਪੜਾ ਪ੍ਰੋਵਾਈਡ ਕਰਾ ਸਕਦਾ, ਰਹਿਣ ਨੂੰ ਜਗ੍ਹਾ ਵੀ ਦੇ ਸਕਦਾ, ਪਰ ਕੋਈ ਗੁਣ ਨਹੀਂ ਦੇ ਸਕਦਾ। ਇਹ ਜਿਹੜੇ ਗੁਣ ਨੇ, ਗੁਣਾਂ ਦੀ ਫੈਕਟਰੀ ਆਹ ਗੁਰਦੁਆਰਾ ਸਾਹਿਬ ਜਿੱਥੇ ਆਪ ਬੈਠੇ ਹੋ, ਸਾਨੂੰ ਪਤਾ ਨਹੀਂ ਲੱਗਦਾ, ਹੌਲੀ ਹੌਲੀ ਸਾਡਾ ਮਨ ਚੇਂਜ ਹੋਈ ਜਾਂਦਾ ਹੈ। ਆਪਦੇ ਆਪ ਹੀ ਜਿਹੜੇ ਔਗਣ ਨੇ ਉਹ ਨਿਕਲੀ ਜਾਂਦੇ ਨੇ ਅਤੇ ਗੁਣ ਪ੍ਰਵੇਸ਼ ਕਰੀ ਜਾਂਦੇ ਨੇ। ਜਿਵੇਂ ਜਿਵੇਂ ਬੰਦਾ ਬਾਣੀ ਸੁਣਦਾ, ਸੰਗਤ ਕਰਦਾ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਦੀ ਸੇਵਾ ਕਰਦਾ, ਤਿਵੇਂ ਤਿਵੇਂ ਸੁਦੇ ਸਿੱਧੀ ਗੁਣ ਆਪਣੇ ਆਪ ਹੀ ਅੰਦਰ ਪ੍ਰਵੇਸ਼ ਕਰੀ ਜਾਂਦੇ ਨੇ। ਗੁਣਾਂ ਤੋਂ ਬਗੈਰ ਭਗਤੀ ਨਹੀਂ ਹੋ ਸਕਦੀ। ਤਾਈਓ ਤਾਂ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਦਿਆਂ ਸਾਰ ਹੀ, ਜਾਂ ਗੁੰਮਟ ਨੂੰ ਵੇਖਦਿਆਂ ਸਾਰ, ਜਾਂ ਦਹਿਲੀਜ਼ ਦੇ ਉੱਪਰ ਜ਼ਿਆਦਾ ਬਹਾ ਕੇ ਸਿਰ ਝੁਕਾਉਂਦੇ ਆ, ਉਸੇ ਵਕਤ ਹੀ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਮੁਖੋਂ ਨਿਕਲਦਾ ਹੈ। ਮਤਲਬ ਮਹਾਰਾਜ ਦੇ ਦਰ ਆਉਂਦਿਆਂ ਸਾਰ ਹੀ ਮਨ ਆਪਣੇ ਆਪ ਹੀ ਚੰਗਾ ਬਣ ਜਾਂਦਾ ਅਤੇ ਨਾਮ ਜਪਣ ਨੂੰ ਦਿਲ ਕਰਦਾ। ਤੋ ਇਸ ਲਈ ਵਿਣ ਗੁਣ ਕੀਤੇ ਭਗਤ ਨਾ ਹੋਏ। ਸੋ ਜਿਹੜੇ ਗੁਣ ਹਨ, ਇਹ ਗੁਣਾਂ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ ਗੁਰੂ ਸਾਹਿਬ ਹੈ, ਜੋ ਮਹਾਰਾਜ ਸਤ ਸੰਤੋਖ ਧੀਰਜ ਦਇਆ ਧਰਮ ਵਿਚਾਰ ਇਤਿਆਦਿਕ ਜਿਹੜੇ ਸ਼ੁਭ ਗੁਣ ਹਨ, ਇਹ ਹਿਰਦੇ ਵਿੱਚ ਬਖਸ਼ਿਸ਼ ਕਰਦਾ ਹੈ। ਸੋ ਪਾਤਸ਼ਾਹ ਫਰਮਾਉਂਦੇ ਹਨ, ਫਿਰ ਪੜ੍ਹੋ ਜੀ। ਗੁਣ ਦਾਤਾ ਵਿਰਲਾ ਸੰਸਾਰ, ਸਤ ਸੰਤੋਖ ਦਇਆ ਧਰਮ ਵਿਚਾਰ ਆਦਿ ਗੁਣਾਂ ਦਾ ਦਾਤਾ, ਜਾਂ ਬ੍ਰਹਮ ਗਿਆਨ ਰੂਪੀ ਗੁਣਾਂ ਦਾ ਦਾਤਾ
ਕੋਈ ਵਿਰਲਾ ਟਾਵਾ ਮਹਾਂਪੁਰਖੀ ਸੰਸਾਰ ਵਿੱਚ ਜਗਤ ਵਿੱਚ ਹੈ। ਬਾਕੀ ਤਾਂ ਸਭ ਗ੍ਰਾਈ ਕਰਨ ਵਾਲੇ ਤੁਰੇ ਫਿਰਦੇ ਹਨ। ਸਾਚੀ ਕਰਨੀ ਗੁਰ ਵਿਚਾਰ, ਗੁਰਾਂ ਦੁਆਰਾ ਜੋ ਸਤ ਸਤ ਵਿਚਾਰ ਕਰਨੀ ਇਹੀ ਸੱਚੀ ਕਰਨੀ ਹੈ। ਜਾਂ ਜੋ ਗੁਰਾਂ ਦੁਆਰਾ ਪ੍ਰਭੂ ਦੀ ਸ਼ਰਧਾ ਨਾਲ ਸੱਚੀ ਭਗਤੀ ਰੂਪ ਕਰਨੀ ਕਰਦਾ, ਉਸ ਨੂੰ ਗੁਰ ਉਪਦੇਸ਼ ਸਦਕਾ ਸਰੂਪ ਦੀ ਵਿਚਾਰ ਪ੍ਰਾਪਤ ਹੁੰਦੀ ਹੈ। ਜਾਂ ਗੁਰ ਵੱਡੀ ਅਪਰੋਹ ਗਿਆਨ ਦੀ ਵਿਚਾਰ ਪ੍ਰਾਪਤ ਹੁੰਦੀ ਹੈ। ਅਗਮ ਅਗੋਚਰ ਕੀਮਤ ਨਹੀਂ ਪਾਏ, ਜੋ ਪਰਮੇਸ਼ਰ ਮਨ ਦੀ ਗਮਤਾ ਤੋਂ ਪਰੇ ਜਾਂ ਸੰਕਲਪਾਂ ਵਿਕਲਪਾਂ ਤੋਂ ਅਗੰਮ ਤੇ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ, ਕੀਮਤ ਨਹੀਂ ਪਾਏ, ਉਸ ਦੀ ਪ੍ਰਾਪਤੀ ਦੀ ਸ਼ਕਤੀ ਬਿਰਤੀ ਕਰਕੇ ਕੋਈ ਵੀ ਕੀਮਤ ਨਹੀਂ ਪਾ ਸਕਦਾ। ਤਾਂ ਮਿਲੀਐ ਜਾਂ ਲਏ ਮਿਲਾਏ, ਤਾਂ ਹੀ ਵਾਹਿਗੁਰੂ ਨਾਲ ਮਿਲੀਦਾ ਹੈ ਜਦ ਗੁਰਾਂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਆਪਣੇ ਨਾਲ ਮਿਲਾ ਲਵੇ, ਜਾਂ ਜਦ ਆਪਣੇ ਆਪ ਨੂੰ ਗੁਰੂ ਉਪਦੇਸ਼ ਨਾਲ ਮਿਲਾ ਲਈਏ ਤਾਂ ਦੀ ਵਾਹਿਗੁਰੂ ਦੇ ਸਰੂਪ ਦੇ ਨਾਲ ਮਿਲ ਸਕੀਦਾ ਹੈ। ਗੁਣਵੰਤੀ ਗੁਣ ਸਾਰੇ ਨੀਤਾ, ਜੋ ਗਿਆਨ ਆਦਿਕ ਗੁਣਾਂ ਵਾਲੀ ਮਹਾਤਮਾ ਰੂਪ ਸਖੀ ਹੈ, ਉਹ ਪਤੀ ਪਰਮੇਸ਼ਰ ਦੇ ਗੁਣਾਂ ਨੂੰ ਜਗਿਆਸੂ ਰੂਪ ਸਖੀ ਦੇ ਤਾਂ ਹੀ ਸਾਰੇ ਉਚਾਰਨ ਕਰਕੇ ਨਿਤਾ ਪ੍ਰਤੀ ਦੱਸਦੀ ਰਹਿੰਦੀ ਹੈ ਕਿ ਉਹ ਨਿਤ ਰੂਪ ਪਰਮੇਸ਼ਰ ਹੈ। ਜਾਂ ਗੁਣਾਂ ਵਾਲੀ ਮਹਾਤਮਾ ਰੂਪ ਸਖੀ ਨਿਤਾ ਪ੍ਰਤੀ ਪਤੀ ਪਰਮੇਸ਼ਰ ਦੇ ਗੁਣਾਂ ਨੂੰ ਸਾਰੇ ਸੰਭਾਲਦੀ ਹੈ। ਇਸੇ ਪ੍ਰਕਾਰ ਗੁਣਵੰਤੀ ਗੁਣ ਸਾਰੇ ਨੀਤਾ, ਜਿਵੇਂ ਸ੍ਰੇਸ਼ਟ ਗੁਣਾਂ ਵਾਲੀ ਇਸਤਰੀ ਆਪਣੇ ਪਤੀ ਦੇ ਗੁਣਾਂ ਨੂੰ ਨਿਤਾ ਪ੍ਰਤੀ ਵਿਚਾਰਦੀ ਰਹਿੰਦੀ ਹੈ, ਇਸੇ ਤਰ੍ਹਾਂ ਮਹਾਤਮਾ ਰੂਪ ਸਖੀ ਪਤੀ ਪਰਮੇਸ਼ਰ ਦੇ ਤਟਸਥੀ ਸਰੂਪ ਲੱਖਣ ਆਦਿ ਗੁਣਾਂ ਨੂੰ ਉਚਾਰਨ ਕਰਦੀ ਰਹਿੰਦੀ ਹੈ। ਨਾਨਕ ਗੁਰਮਤਿ ਮਿਲਿਐ ਮੀਤਾ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਗੁਰ ਸਿੱਖਿਆ ਦੁਆਰਾ ਹੀ ਮਿੱਤਰ ਪਰਮੇਸ਼ਰ ਨਾਲ ਮਿਲ ਸਕੀਦਾ ਹੈ। ਜਾਂ ਹੇ ਮਿੱਤਰੋ, ਗੁਰਮਤਿ ਨੂੰ ਧਾਰਨ ਕਰਕੇ ਹੀ ਪਰਮੇਸ਼ਰ ਦੇ ਨਾਲ ਮਿਲਣਾ ਕਰੀਦਾ ਹੈ। ਇੱਥੇ ਸਾਧ ਸੰਗਤ ਜੀ ਉਹ 17 ਪੌੜੀਆਂ ਸੰਪੂਰਨ ਹੋਈਆਂ ਨੇ। ਇੱਥੇ ਹੀ ਕਥਾ ਨੂੰ ਵਿਸ਼ਰਾਮ ਦਿੰਦੇ ਹੋਏ ਅਤੇ ਆਪ ਤੋਂ ਭੁੱਲਾਂ ਚੁੱਕਾਂ ਦੀ ਮਾਫੀ ਮੰਗਦੇ ਹਾਂ। ਬਾਕੀ ਕਾਮ ਕ੍ਰੋਧ ਕਾਇਆ ਕੋ ਗੱਲ, ਜਿਉਂ ਕੰਚਨ ਸੁਹਾਗਾ ਟਲ, ਇਹ ਪੰਕਤੀ ਆਪਾਂ ਕੱਲ੍ਹ ਨੂੰ ਵਿਚਾਰਾਂਗੇ ਜੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਗੁਣਵੰਤੀ ਗੁਣ ਸਾਰੇ ਨੀਤਾ, ਨਾਨਕ ਗੁਰਮਤਿ ਮਿਲਿਐ ਮੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।